कैमरा इतने बना दे कर दूंगा फोटो एक मैक्स लाया हाँ ही पी रहते ਅੱਜ ਦੇ ਇਸ ਰਿਟਾਇਰਮੈਂਟ ਪਾਰਟੀ ਦੇ ਵਿੱਚ ਹਾਜ਼ਰ ਅਤੇ ਮੁੱਖ ਖੇਤੀਬਾੜੀ ਅਫਸਰ ਫਿਰੋਜ਼ਪੁਰ ਤੋਂ ਵਿਸ਼ੇਸ਼ ਤੌਰ 'ਤੇ ਸਾਡੇ ਵਿੱਚ ਹਾਜ਼ਰ ਡਾਕਟਰ ਹਰਦੇਵ ਸਿੰਘ ਜੀ ਅਤੇ ਇਹਨਾਂ ਦਾ ਸਮੁੱਚਾ ਪਰਿਵਾਰ, ਸਾਡੇ ਅਫੀਸਰ ਸਾਹਿਬਾਨ ਤੇ ਸਮੂਹ ਸਟਾਫ। ਆਪਾਂ ਸਭ ਤੋਂ ਪਹਿਲਾਂ ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੀਆਂ ਬਹੁਤ ਹੀ ਸਤਿਕਾਰਯੋਗ ਮਾਤਾ ਜੀ, ਚੀਫ ਸਾਹਿਬ ਨੇ ਹਦਾਇਤ ਕੀਤੀ ਸੀ ਕਿ ਸਮੂਹ ਐਗਰੀਕਲਚਰ ਅਫੀਸਰ ਸਾਹਿਬਾਨ ਉਹ ਸਟੇਜ ਤੇ ਆਉਣ, ਪਰੰਤੂ ਇਹ ਵਿਚਾਰ ਹੋਇਆ ਕਿ ਸਾਡੀਆਂ ਮਤਾਵਾਂ ਸਾਡੇ ਇਸ ਪਾਰਟੀ ਦੇ ਵਿੱਚ ਆਈਆਂ ਤਾਂ ਉਹਨਾਂ ਨੂੰ ਸਟੇਜ ਤੇ ਵਿਰਾਜਮਾਨ ਕੀਤਾ ਜਾਵੇ। ਸੋ ਇਸ ਸਮਾਗਮ ਤੇ ਸਾਰਿਆਂ ਨੂੰ ਆਉਣ ਤੇ ਜਿੱਥੇ ਅਸੀਂ ਹਾਰਦਿਕ ਸਵਾਗਤ ਕਰਦੇ ਹਾਂ, ਉੱਥੇ ਸਮੂਹ ਸਟਾਫ ਵੱਲੋਂ ਸਾਡੀਆਂ ਅੱਜ ਦੋਨੋਂ ਰਿਟਾਇਰ ਹੋਰ ਹੋਈਆਂ ਸ਼ਖਸੀਅਤਾਂ ਨੂੰ ਅਸੀਂ ਸ਼ੁਭ ਕਾਮਨਾਵਾਂ ਵੀ ਭੇਟ ਕਰਦੇ ਹਾਂ। ਡਾਕਟਰ ਸਰਦਾਰ ਗੁਰਚਰਨ ਸਿੰਘ ਜੀ ਸਾਡੇ ਸਟੂਡੈਂਟ ਸਾਹਿਬ, ਇਹਨਾਂ ਨੇ 33 ਸਾਲ 8 ਮਹੀਨੇ ਤੇ 27 ਦਿਨ ਜਿਹੜੀ ਹੈ ਉਹ ਸਰਵਿਸ ਕੀਤੀ ਹੈ। ਦੇ ਵਿੱਚ ਸਰਦਾਰ ਗੁਰਚਰਨ ਸਿੰਘ ਜੀ ਦਾ ਜਨਮ ਹੋਇਆ ਤੇ 1987 ਦੇ ਵਿੱਚ ਉਹਨਾਂ ਨੇ ਸਰਵਿਸ ਜੁਆਇਨ ਕੀਤੀ। 28/2/2021 ਤੋਂ ਸਾਡੇ ਨਾਲ ਸਾਡੇ ਤੋਂ ਉਹ ਡਿਪਾਰਟਮੈਂਟ ਤੋਂ ਉਹਨਾਂ ਨੇ ਰਿਟਾਇਰਮੈਂਟ ਲਈ। ਬਹੁਤ ਹੀ ਸਾਊ ਸੁਭਾਅ ਦੇ ਔਰ ਬਹੁਤ ਹੀ ਕਾਮੇ ਮਿਹਨਤੀ ਸਾਡੇ ਕੋਲ ਇਹਨਾਂ ਨੇ ਕੰਮ ਕੀਤਾ ਹੈ। ਮੈਨੂੰ ਚੀਫ ਐਗਰੀਕਲਚਰ ਅਫਸਰ ਸਾਹਿਬ ਕਾ ਉਹਨਾਂ ਨੇ ਦੱਸਿਆ, ਕਿਉਂਕਿ ਮੇਰਾ ਸਿੱਧਾ ਵਾਹ ਇਹਨਾਂ ਨਾਲ ਹੋਣੀ ਪਿਆ ਸੀ ਇੱਥੇ, ਵੀ ਜਿੰਨੇ CSR ਰੂਲਸ ਆ ਜਾਂ ਜਿੰਨੀਆਂ ਵੀ ਸਾਡੇ ਮਹਿਕਮੇ ਦੇ ਸਰਵਿਸ ਰਿਲੇਟਡ ਮਸਲੇ ਆ, ਉਹ ਬਹੁਤ ਬਰੀਕੀ ਦੇ ਨਾਲ ਗਿਆਨਵਾਨ ਹੈ। ਕੋਈ ਵੀ ਪੈਨਸ਼ਨ ਦਾ ਕੰਮ ਹੈ ਜਾਂ ਕਿਸੇ ਕਿਸਮ ਦਾ ਵੀ ਕੋਈ ਸਾਡੇ ਸਰਵਿਸ ਰਿਲੇਟਡ ਕੰਮ ਹੈ ਤਾਂ ਇਹਨਾਂ ਨੇ ਬਹੁਤ ਮਹਾਰਤ ਹਾਸਲ ਕੀਤੀ ਹੈ। ਸਾਡੇ 'ਚ ਵੀ ਰਜਿੰਦਰਪਾਲ ਜੀ ਹੈਪੀ ਇੱਥੇ ਬੈਠੇ ਹੋਣੇ ਆ, ਉਹਨਾਂ ਨੂੰ ਵੀ ਮਾਹਰ ਗਿਣਿਆ ਜਾਂਦਾ ਹੈ, ਪਰੰਤੂ
ਹੁਣੇ ਮੈਨੂੰ ਦੱਸਿਆ ਵੀ ਸਰਦਾਰ ਗੁਰਚਰਨ ਸਿੰਘ ਉਹਨਾਂ ਦੇ ਵੀ ਗੁਰੂ ਹੈ, ਉਹਨਾਂ ਕੋਲੋਂ ਤਾਂ ਗਲਤੀ ਰਹਿ ਸਕਦੀ ਹੈ। ਇਹਨਾਂ ਨੇ ਜੋ ਮਤਲਬ ਫਾਈਨਲ ਕਰਤੀ ਗੱਲ ਲੈ ਕੇ ਭੇਜਤੀ ਤਾਂ ਉਹ ਉੱਥੋਂ ਹੋ ਕੇ ਹੀ ਆਊਗੀ। ਸੋ ਇਹਨਾਂ ਦੇ ਬੱਚੇ ਉਹ ਵੀ ਸਟੂਡੈਂਟ ਹੈ, ਬਹੁਤ ਵਧੀਆ ਸੈਟਲ ਫੈਮਿਲੀ ਹੈ। ਔਰ ਇਹਨਾਂ ਦੇ ਨਾਲ ਹੀ ਸਰਦਾਰ ਪਰਮਜੀਤ ਸਿੰਘ ਹੋਏ ਭਰਤੀ ਉਮੀਦਵਾਰ ਤੌਰ ਤੇ ਹੋਏ ਸੀ। ਸਾਡੇ ਨਾਲ ਅੱਜ ਉਹ ਸਮਾਗਮ ਦੇ ਵਿੱਚ ਡਾਕਟਰ ਮੇਜਰ ਸਿੰਘ ਜੀ ਬਰਾੜ ਸਾਹਿਬ ਹੈ ਨਹੀਂ ਗਏ, ਉਹਨਾਂ ਦੇ ਹੀ ਕਲੋਜ਼ ਰਿਲੇਸ਼ਨ ਦੇ ਵਿੱਚ ਹੈ। बड़ी सेवा की इन्होंने मोगे जिले की और इन्होंने मोटरसाइकिल से जाना घर घर फार्मर कंटैक्ट इन्होंने बहुत जबरदस्त सी और जोड़े होने चाहिए। तो मैं ही सारिया गल्लां बोली जावा, इदू मुड़ के बुलारा नहीं बोलना। मैं चाहूँगा भी मैं आप समा घट लवां ते बुलारे दे विच इन्होंने सर्विस ज्वाइन की 30/4/2020 ਨੂੰ ਇਹਨਾਂ ਦੀ ਰਿਟਾਇਰਮੈਂਟ ਹੋਈ, ਪਰੰਤੂ ਕਰੋਨਾ ਦਾ ਸਮਾਂ ਹੋਣ ਕਰਕੇ ਉਸ ਸਮੇਂ ਲੋਕਡਾਊਨ ਵੀ ਸੀ ਤਾਂ ਅਸੀਂ ਪਾਰਟੀ ਨਹੀਂ ਦੇ ਸਕੇ। ਪਰੰਤੂ ਸਾਡੇ 'ਚ ਖਾਸ ਸੀ ਕਿ ਜਿਹੜਾ ਵੀ ਸਾਡਾ ਇੰਪਲਾਈਜ਼ ਹੈ ਉਹ ਸਾਰੀ ਸਰਵਿਸ ਕਰਨ ਦੌਰਾਨ ਰਿਟਾਇਰ ਹੁੰਦਾ ਹੈ ਤਾਂ ਉਹਨਾਂ ਦੀ ਰਿਟਾਇਰਮੈਂਟ ਜ਼ਰੂਰ। ਨਰਿੰਦਰ ਸਿੰਘ ਬੈਣੀਪਾਲ ਨੂੰ ਵੀ ਮੈਂ ਕਿਹਾ ਯਾਰ ਵੀ ਆਪਾਂ ਸਰਵਿਸ ਕਰਦੇ ਹਾਂ ਸਾਰੀ ਉਮਰ, ਪਰਿਵਾਰ ਦੇ ਵਿੱਚ ਬੰਦਾ ਘੱਟ ਰਹਿੰਦਾ ਹੈ ਤੇ ਦਫ਼ਤਰ ਦੇ ਵਿੱਚ ਜਾਂ ਸਾਡੇ ਇਸ ਪਰਿਵਾਰ ਦੇ ਵਿੱਚ ਆਪਾਂ ਸਾਰੀ ਉਮਰ ਕੱਢਦੇ ਹਾਂ ਤੇ ਉਹਨਾਂ ਦੀ ਰਿਟਾਇਰਮੈਂਟ ਪਾਰਟੀ ਦੇ ਜਾਂ ਰਿਟਾਇਰ ਹੋਣ ਤੋਂ ਉਪਰੰਤ ਇੱਕ ਚਾਹ ਦਾ ਕੱਪ ਆਪਾਂ ਇਕੱਠੇ ਹੋ ਕੇ ਬਹਿ ਕੇ ਵਿਚਾਰ ਵਟਾਂਦਰਾ ਜ਼ਰੂਰ ਕਰਨਾ ਚਾਹੀਦਾ ਹੈ। ਤਾਂ ਉੱਥੇ ਵੀ ਉਹਨਾਂ ਨੇ ਫਿਰ ਸਾਡੀ ਬੇਨਤੀ ਨੂੰ ਮੰਨਦੇ ਹੋਏ ਪਿੱਛੇ 6 ਬੰਦਿਆਂ ਨੂੰ ਇਕੱਠਿਆਂ ਨੂੰ ਰਿਟਾਇਰਮੈਂਟ ਪਾਰਟੀ ਦਿੱਤੀ ਔਰ 5-6 ਜਣੇ ਹੋਰ ਰਹਿੰਦੇ ਉਹਨਾਂ ਨੂੰ ਵੀ ਇਕੱਠਿਆਂ ਨੂੰ ਪਾਰਟੀ ਉੱਥੇ ਦਿੱਤੀ ਜਾਣੀ ਹੈ। ਸੋ ਮੇਰਾ ਕਹਿਣ ਤੋਂ ਮਤਲਬ ਕਿ ਜਦੋਂ ਕੋਈ ਰਿਟਾਇਰਮੈਂਟ ਪਾਰਟੀ ਹੁੰਦੀ ਹੈ ਉਹ ਬੜੀ ਸਾਨੂੰ ਚਾਅ ਨਾਲ ਉਤਸ਼ਾਹ ਨਾਲ ਉਹ ਕਰਨੀ ਚਾਹੀਦੀ ਹੈ। ਡਾਕਟਰ ਰਿਸ਼ਪਾਲ ਸਿੰਘ ਸਾਡੇ 'ਚ ਹੈ ਨਹੀਂ, ਉਹਨਾਂ ਨੇ ਇਹ ਪ੍ਰਥਾ ਸ਼ੁਰੂ ਕੀਤੀ ਸੀਗੀ ਜਦੋਂ ਉਹ ਇੱਥੇ ਮੋਗੇ ਆਏ ਹੈ ਔਰ ਉਦੋਂ ਚੀਮੀ ਜੀ ਨਹੀਂ ਕਰਨੀ ਚਾਹੀਦੀ, ਖੁਸ਼ ਹੋ ਕੇ ਸਾਨੂੰ ਉਹ ਇੰਜੋਏ ਕਰਨਾ ਚਾਹੀਦਾ ਹੈ। ਜੇ ਕਿਸੇ ਵੇਲੇ ਫੰਡ ਇਕੱਠਾ ਕਰਨ ਦੀ ਲੋੜ ਪੈਂਦੀ ਹੈ ਤਾਂ ਉਹ ਸਭ ਤੋਂ ਪਹਿਲਾਂ ਬੇਨਤੀ ਕਰੂੰਗਾ ਕਿ ਆਪਾਂ ਸਨਮਾਨਿਤ ਕਰਨ ਦੀ ਰਸਮ ਜਿਹੜੀ ਹੈ ਉਹ ਸ਼ੁਰੂ ਕਰੀਏ। ਮੈਂ ਬੇਨਤੀ ਕਰੂੰਗਾ ਸਰਦਾਰ ਗੁਰਚਰਨ ਸਿੰਘ ਜੀ ਸੁਬਰੰਟ ਸਾਹਿਬ ਉਹ ਇੱਥੇ ਮੈਂ ਚਾਹੂੰਗਾ ਕਿ ਸਾਡੀਆਂ ਮਾਤਾਵਾਂ ਸਾਡੇ ਭੂਆ ਜੀ ਸਾਡੇ ਮਾਤਾ ਇੱਕ ਰਿਸਪੈਕਟ ਆਫ ਸਿੰਬਲ ਹੈ ਕਿ ਅਸੀਂ ਵੀ ਬੜੇ ਭਾਗਾਂ ਵਾਲੇ ਹਾਂ ਕਿ ਜਿਹੜੀਆਂ ਮਾਵਾਂ ਹੁਣ ਨਹੀਂ ਰਹੀਆਂ, ਸਾਡੀਆਂ ਮਾਵਾਂ ਰੱਬ ਨੂੰ ਪਿਆਰੀਆਂ ਹੋਣੀਆਂ। ਮਾਂ ਦਾ ਜਹਾਨ ਹੈ ਉਹ ਜਿਵੇਂ ਮਾਵਾਂ ਠੰਡੀਆਂ ਛਾਵਾਂ ਬੜਾ ਕੁਛ ਮਾਂ ਬਾਰੇ ਲਿਖਿਆ ਹੈ। ਡਾਕਟਰ ਹਰਦੇਵ ਸਿੰਘ ਖੇਤੀਬਾੜੀ ਅਫਸਰ ਡਾਕਟਰ ਗੁਰਪ੍ਰੀਤ ਸਿੰਘ ਜੀ, ਖੇਤੀਬਾੜੀ ਵਿਕਾਸ ਅਫਸਰ ਡਾਕਟਰ ਅਮਰਜੀਤ ਸਿੰਘ ਤੇ ਡਾਕਟਰ ਨਵਦੀਪ ਸਿੰਘ ਜੀ ਆ ਜਾਓ। ਕਲੈਰੀਕਲ ਬਲਵੀਰ ਸਿੰਘ, ਪ੍ਰਦੀਪ ਕੁਮਾਰ ਆਪਣੇ ਸਬ ਇੰਸਪੈਕਟਰ ਵਾਰੀ ਨਾਲ ਸਾਹਮਣੇ
बेटे का ਉੱਥੇ ਖਿਲਾ ਰਿਆ ਕਰੋ। ਦਰਜਾ 4 ਤੋਂ ਸੁਖਵਿੰਦਰ। ਹਾਂਜੀ ਤੇ ਸਾਹਮਣੇ ਠੀਕ ਹੈ। ਐਂਕਲ ਤੇਰਾ ਟੇਢਾ ਹੋ ਗਿਆ। ਹਾਂਜੀ ਸਾਹਮਣੇ ਦੇਖਿਓ। ਹਾਂਜੀ ਤੇ ਸਾਹਮਣੇ चलो स्टूडेंट साहब जी बहनों और मैं बेनती करूँगा आत्मा स्टाफ जो कपतेज सिंह फोटो हाँ जी ये सामने नाल मौके बढ़िया सा डॉक्टर ठीक है बलविंदर सिंह करता फोटो तो फोटो सामने देखो जी इतने देखो सामने बापू जी डॉक्टर जरनैल सिंह जी राइट दिता जी यार बड़ी खुशी की गल कर हरजिंदर पाल हैप्पी जी की स्पीड करनी है सतेंद्र पाल इंजीनियरिंग बैंक चौक इतने देखो सामने दूजा भी फोड़ना डॉक्टर बलजिंदर सिंह दूजा खेतीबाड़ी विकास अफसर इस कैमरे देखनी है सो इन्होंने मिसेज ਉਹਨਾਂ ਨੂੰ ਵੀ ਬੇਨਤੀ ਆ ਵੀ ਉਹ ਵੀ ਇੱਥੇ ਆ ਜਾਣ ਖਰਚੋ ਸੀਦਾ ਸਮਾਂ ਹੈ ਦੋ ਬਾਰ मैडम नाम हो जी सामने देखो भाई सामने देखो तो देखो करो एक मिनट सामने देखो जी मैडम नाम हो जो जी करते देखो इतने देखो सामने हाँ वो फोड़ना ठीक है नाम हो ठीक है एक मिनट वेट करें मैं बेनती करूंगा साढ़े स्टूडेंट साहब गुरशरण सिंह जी ਤੇ ਉਹਨਾਂ ਦੇ ਮੈਸੇਜ ਉਹ ਵੀ ਇੱਥੇ ਨਾਲ ਆ ਜਾਣ और जसीर कौर डॉक्टर सफराज जी इन्होंने भी पाओ आ जाओ बहुत वधिया गल है आओ परिवार भी लेके आया एंगल पीछे कर ला ਹੁਣ ਤਾਂ ਜਮਾਂ ਵਿਆਹ ਵਾਲੀ ਗੱਲ ਹੀ ਹੋ ਗਈ ਆ ਹਾਰ ਜਾ ਪਾ ਕੇ ਨਾ ਸੋਨੇ ਤੇ ਸੁਹਾਗੇ ਵਾਲੀ ਗੱਲ ਹੀ ਹੈ ਪਹਿਲੀ ਇਹ ਤਾਂ ਪਤਾ ਜਿਹਾ ਲੱਗਦਾ ਘਰ ਪਾ ਲਓ ਉਹ ਵੀ ਬਦਲ ਕੇ ਆਓ ਜੀ ਨਾਲ ਤੇ ਤੁਸੀਂ ਇਸ ਗੱਲ ਨੂੰ ਹੋਰ ਚਾਰ ਲਾ ਕੇ ਸਰਦਾਰ ਪਰਮਜੀਤ ਸਿੰਘ ਜੀ ਤੇ ਸੂਰਨ ਸਾਹਿਬ ਇਸ ਗੱਲ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਆਹੀ ਗੱਲਾਂ ਵਿਆਹ ਦੇ ਵਿੱਚ ਹੁੰਦੀਆਂ ਨਹੀਂ ਤਾਂ ਬੰਦਾ ਚੁੱਪ ਕਰਕੇ ਉਹ ਹੀ ਘਰੇ ਜਾ ਕੇ ਲੈ ਜੇ ਕਾਰ ਚ ਭਾਵੇਂ ਤੇ ਔਰ ਜੇ ਆ ਜਿਹੜੇ ਹਾਰ ਪਾ ਲਏ ਹੋਰ ਪਟਾਕੇ ਪਾ ਲਏ ਗਿੱਧਾ ਪਾ ਲਿਆ
ਤੂੰ ਮੈਂ ਬਲਜਿੰਦਰ ਨੂੰ ਕਹੂੰਗਾ ਯਾਰ ਉਹ ਵੀ ਆਵੇ ਮੇਰੇ ਨੇੜੇ ਰਵੇ, ਆਪਾਂ ਟਾਈਮ ਤਾਂ ਭਾਵੇਂ ਘੱਟ ਲਾਉਣਾ ਪਰੰਤੂ ਮੌਕੇ ਮੁਤਾਬਕ ਹੁਣ ਕੋਈ ਗੀਤ ਜ਼ਰੂਰ ਸੁਣਾ ਦੇ। ਬਾਕੀ ਗੱਲ ਆਪਾਂ ਫੇਰ ਰੱਖਾਂਗੇ। ਡਾਕਟਰ ਬਲਜਿੰਦਰ ਸਿੰਘ ਜੀ ਕਿੱਥੇ ਹੈ? ਹਾਂ ਸੁਣਾਵੇ ਮੌਕੇ ਮੁਤਾਬਕ ਹੀ, ਹੁਣ ਸੀਰੀਅਸ ਜਾਣਾ ਕੋਈ ਲਾ ਲਈ। ਸਾਹਮਣੇ ਦੇਖੋ ਇੱਥੇ ਦੇਖੋ ਆ ਜਾਓ। ਮੰਚ ਤੇ ਵਿਰਾਜਮਾਨ ਅੱਜ ਦੇ ਪਾਰਟੀ ਦੇ ਮੁੱਖ ਮਹਿਮਾਨ ਸਾਡੇ ਸੁਪਰਡੈਂਟ ਸਾਹਿਬ, ਉਹਨਾਂ ਦਾ ਸਮੂਹ ਪਰਿਵਾਰ, ਸਰਦਾਰ ਤੇ ਸਾਡੇ ਮੋਗਾ ਜ਼ਿਲ੍ਹੇ ਦੇ ਸਮੂਹ ਖੇਤੀਬਾੜੀ ਵਿਭਾਗ, ਆਤਮਾ ਸਟਾਫ ਦੇ ਜਿੰਨੇ ਵੀ ਮੇਰੇ ਨਾਲ ਇੱਥੇ ਅਧਿਕਾਰੀ ਪਹੁੰਚੇ ਆ, ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਤੇ ਮੈਂ ਆਪਣੇ ਵੱਲੋਂ ਦੋਵਾਂ ਹੀ ਪਰਿਵਾਰਾਂ ਨੂੰ ਜਿਹੜੀ ਰਿਟਾਇਰਮੈਂਟ ਪਾਰਟੀ ਉਹਦੀਆਂ ਵਧਾਈ ਦਿੰਦਾ। ਸੋ ਡਾਕਟਰ ਸਾਹਿਬ ਨੇ ਬੇਨਤੀ ਕੀਤੀ ਸੀ ਗਾਣੇ ਦੀ, ਸੋ ਕੁਝ ਬੋਲ ਤੁਹਾਡੇ ਨਾਲ ਸਾਂਝੇ ਕਰਦਾ। ਅਦਾਕਾਰੀ ਤੇਰੇ ਉੱਤੇ ਰੱਬ ਨੇ ਹੈ ਕਰੀਨੀ, ਸੂਰਤ ਬਣਾਈ ਕਿੰਨੀ ਲੱਗਦੀ ਤੂੰ ਖਰੀ। ਅਦਾਕਾਰੀ ਤੇਰੇ ਉੱਤੇ ਰੱਬ ਨੇ ਹੈ ਕਰੀਨੀ, ਸੂਰਤ ਬਣਾਈ ਕਿੰਨੀ ਲੱਗਦੀ ਤੂੰ ਖਰੀ। ਨੀ ਦਿਲ ਤੇ ਨਾ ਜ਼ੋਰ ਚੱਲਦਾ, ਨੀ ਦਿਲ ਤੇ ਨਾ ਜ਼ੋਰ ਚੱਲਦਾ, ਸਭ ਚੱਕੀਆਂ ਜਾਂਦੀਆਂ ਸੰਗਾਂ। ਨੀ ਗੱਭਰੂ ਸ਼ਕੀਨ ਕਰਦੇ ਤੇਰੇ ਸੂਟਾਂ ਦੇ ਚੱਕਵੇਂ ਜੇ ਰੰਗਾਂ। ਨੀ ਗੱਭਰੂ ਸ਼ਕੀਨ ਕਰਦੇ ਤੇਰੇ ਸੂਟਾਂ ਦੇ ਚੱਕਵੇਂ ਜੇ ਰੰਗਾਂ। ਹੁਸਨ ਤੇਰੇ ਦੀ ਚਰਚਾ ਉੱਡੀ, ਪਿੰਡ ਚਿਰਕਾਨੇ ਹੱਟੀ ਪੱਟੀ। ਹੋ ਪਰੀਆਂ ਨੂੰ ਮਾਤ ਪਾਉਂਦੀ, ਪਿੰਡ ਦੀ ਫਿਰਨੀ ਤੇ ਘੈਂਟ ਜੱਟੀ। ਹੁਸਨ ਤੇਰੇ ਦੀ ਚਰਚਾ ਉੱਡੀ, ਪਿੰਡ ਚਿਰਕਾਨੇ ਹੱਟੀ ਪੱਟੀ। ਹੋ ਪਰੀਆਂ ਨੂੰ ਮਾਤ ਪਾਉਂਦੀ, ਪਿੰਡ ਦੀ ਫਿਰਨੀ ਤੇ ਘੈਂਟ ਜੱਟੀ। ਨੀ ਬੜੀਆਂ ਹੀ ਗੈਮ ਲੱਗਣ, ਹੋ ਨੀ ਬੜੀਆਂ ਹੀ ਗੈਮ ਲੱਗਣ, ਗੋਰੀ ਬੀਨੀ ਚ ਕੱਚ ਦੀਆਂ ਵੰਗਾਂ। ਨੀ ਗੱਭਰੂ ਸ਼ਕੀਨ ਕਰਦੇ ਤੇਰੇ ਸੂਟਾਂ ਦੇ ਚੱਕਵੇਂ ਜੇ ਰੰਗਾਂ। ਨੀ ਗੱਭਰੂ ਸ਼ਕੀਨ ਕਰਦੇ ਤੇਰੇ ਸੂਟਾਂ ਦੇ ਚੱਕਵੇਂ ਜੇ ਰੰਗਾਂ। ਧੰਨਵਾਦ। ਸੋ ਬਹੁਤ ਬਹੁਤ ਧੰਨਵਾਦ। ਹੁਣ ਆਪਾਂ ਮਤਲਬ ਦੋਨੇ ਜੋ ਰਿਟਾਇਰ ਹੋਏ ਸ਼ਖਸੀਅਤ ਹੈ ਉਹਨਾਂ ਬਾਰੇ 2-2 ਮਿੰਟ ਵਿਚਾਰ ਰੱਖਣੇ ਆ। ਮੈਂ ਸਭ ਤੋਂ ਪਹਿਲਾਂ ਖੇਤੀਬਾੜੀ ਅਫਸਰ ਵੱਲੋਂ ਡਾਕਟਰ ਗੁਰਪ੍ਰੀਤ ਸਿੰਘ ਜੀ ਨੂੰ ਬੇਨਤੀ ਕਰੂੰਗਾ ਕਿ ਉਹ ਕੌਣ ਆ ਗਿਆ ਸੀਗਾ। ਹਾਂ ਚਲੋ ਡਾਕਟਰ ਜਰਨੈਲ ਸਿੰਘ ਜੀ। ਅੱਜ ਦੀ ਪਾਰਟੀ ਦੇ ਸਾਡੇ ਮੁੱਖ ਮਹਿਮਾਨ ਨਰਚਰਨ ਸਿੰਘ ਜੀ ਸਟੂਡੈਂਟ, ਸਰਦਾਰ ਪਰਮਜੀਤ ਸਿੰਘ ਜੀ ASI, ਜਿਹੜੇ ਕਿ ਮਹਿਕਮੇ 'ਚ ਲੰਬੀ ਸੇਵਾ ਕਰਕੇ ਸਰਵਿਸ ਕਰਕੇ ਇੱਥੋਂ ਖੁਸ਼ੀ ਖੁਸ਼ੀ ਰਿਟਾਇਰਮੈਂਟ ਪਾਰਟੀ ਲੈ ਰਹੇ ਹੈ। ਸਟੂਡੈਂਟ ਸਾਹਿਬ ਪਿਛਲੇ ਸਾਲ ਹੀ ਸਾਡੇ ਕੋਲੇ ਆਏ, ਕਰੋਨਾ ਦੇ ਕਾਰਨ ਬਹੁਤਾ ਮੇਲ ਮਿਲਾਪ ਨਹੀਂ ਹੋ ਸਕਿਆ ਇਹਨਾਂ ਨਾਲ, ਕਿਉਂਕਿ ਜਦੋਂ ਦਫ਼ਤਰ ਬੰਦ ਹੁੰਦਾ ਹੀ ਕੰਡੀਸ਼ਨਾਂ ਇਹ ਹੁੰਦੀਆਂ ਸੀ ਦਫ਼ਤਰ ਕੋਈ ਮੀਟਿੰਗ ਨਹੀਂ ਕਰਨੀ, ਦਫ਼ਤਰਾਂ ਜਾ ਕੰਡੀਸ਼ਨਾਂ ਰਿਟਾਇਰਮੈਂਟ ਕੰਡੀਸ਼ਨਾਂ, ਤੇ ਇਹਨਾਂ ਨਾਲ ਮੇਲ ਮਿਲਾਪ ਤਾਂ ਬਹੁਤਾ ਨਹੀਂ ਹੋਇਆ ਕਿਉਂਕਿ ਜ਼ਿਆਦਾ ਇਹ ਆਪਣੇ ਮੁੱਖ ਖੇਤੀਬਾੜੀ ਅਫਸਰ ਬਲਵਿੰਦਰ ਸਿੰਘ ਜੀ ਜਾਣਦੇ ਆ ਕਿ ਇਹਨਾਂ ਨਾਲ ਜ਼ਿਆਦਾ ਕੰਮ ਕੀਤਾ। ਤੇ ਜਿਵੇਂ ਡਾਕਟਰ ਜਸਵਿੰਦਰ ਨੇ ਕਿਹਾ ਵੀ ਇਹ ਬੜੇ ਮਾਹਰ ਹੈ, ਤੇ ਜਿਹੜਾ ਸਾਡਾ ਮੇਨ ਮਕਸਦ ਹੀ ਇਹ ਹੈ ਵੀ ਕਿਉਂਕਿ ਸਾਡਾ
ਜਿਹੜਾ ਫੀਲਡ ਹੈ ਬਾਹਰ ਦਾ ਫੀਲਡ ਦਾ, ਤੇ ਜਿਹੜੀਆਂ ਸਾਡੀਆਂ ਕਲੈਰੀਕਲ ਸਾਡੀ ਸਰਵਿਸ ਨਾਲ ਰਿਲੇਟਡ ਗੱਲਾਂ ਹੈ ਉਹਨਾਂ ਦੇ ਅਸੀਂ ਇੰਨੇ ਐਕਸਪਰਟ ਨਹੀਂ ਹੋ ਸਕਦੇ। ਤੇ ਇਹ ਸਾਡੇ ਗੁਰੂ ਆ, ਸਮਝ ਲਓ ਅਸੀਂ ਇਹਨਾਂ ਨੂੰ ਗੁਰੂ ਹੀ ਸਮਝਦੇ ਹਾਂ, ਕਿਉਂਕਿ ਹਰ ਇੱਕ ਕੰਮ ਹਰ ਪੱਤਰ ਇਹਨਾਂ ਦੇ ਥਰੂ ਜਾਣਾ ਹੈ। ਕੋਈ ਇਹ ਚੰਗਾ ਮਾੜਾ ਕੰਮ ਹੋਣਾ ਹੈ ਇਹਨਾਂ ਦੇ ਥਰੂ ਹੋਣਾ ਹੈ। ਜਿਹੜਾ ਮਾਹਰ ਬੰਦਾ ਹੁੰਦਾ ਹੈ ਉਹ ਹਰ ਇੱਕ ਕੰਮ ਸੁਲਝਿਆ ਤਰੀਕੇ ਤਰੀਕੇ ਨਾਲ ਕਰਦਾ ਹੈ ਕਿ ਆਪਦੇ ਸਟਾਫ ਤੇ ਕਿਸੇ ਤੇ ਆਂਚ ਨਾ ਆਵੇ। ਤੇ ਮੈਂ ਬੜੀ ਖੁਸ਼ੀ ਮਹਿਸੂਸ ਕਰਦਾ ਵੀ ਮੇਰੀ ਆਪਦੀ ਰਿਟਾਇਰਮੈਂਟ ਵੀ ਆਉਣ ਵਾਲੀ ਹੈ ਤੇ ਮੇਰਾ ਪੈਨਸ਼ਨ ਕੇਸ ਜਿਹੜਾ ਇੱਥੋਂ ਬਣ ਕੇ ਗਿਆ ਤੇ ਉਹ ਪ੍ਰੂਵ ਹੋ ਕੇ ਆ ਵੀ ਹੈ। ਹਲੇ ਕਿ ਹਾਲਾਂਕਿ ਮੇਰੀ 2 ਮਹੀਨੇ ਦੀ ਸਰਵਿਸ ਬਕਾਇਆ ਰਹਿੰਦੀ ਹੈ ਤੇ ਬਹੁਤ ਵਧੀਆ ਹੈ ਜਿਹੜਾ ਇਹਨਾਂ ਨੇ ਡੀਲ ਕੀਤਾ ਇੱਥੇ, ਕਿਉਂਕਿ ਨਾਲ ਸਾਰਾ ਸਟਾਫ ਰਵੀਰ ਸਿੰਘ ਹੈ, MP ਹੈ, ਇਹਨਾਂ ਦੇ ਸੁਪਰਵਿਜ਼ਨ ਦੇ ਅੰਡਰ ਉਹਨਾਂ ਨੇ ਮੇਰਾ ਕੇਸ ਬਣਾ ਕੇ ਭੇਜਿਆ ਤੇ ਮੈਨੂੰ ਲੱਗਦਾ 15 ਦਿਨਾਂ 'ਚ ਮੇਰਾ ਉੱਥੋਂ AG ਦਫ਼ਤਰ ਤੋਂ ਅਪਰੂਵ ਹੋ ਕੇ ਪੈਨਸ਼ਨ ਦੀ ਲੈਟਰ ਮੈਨੂੰ ਆ ਗਈ ਹੈ। ਯਾਨੀ ਕਈ ਵਾਰੀ ਹੁੰਦਾ ਜੇ ਕੋਈ ਮਾਹਰ ਬੰਦਾ ਨਹੀਂ ਸਾਡੇ ਕੋਲ ਮਿਲਦਾ ਅਸੀਂ ਪੈਨਸ਼ਨ ਵੀ ਲੈ ਲੈਂਦੇ ਹਾਂ, ਰਿਟਾਇਰ ਹੋ ਜਾਂਦੇ ਤੇ ਮੈਨੂੰ ਲੱਗਦਾ ਸਾਲ ਸਾਨੂੰ ਪੈਨਸ਼ਨਾਂ 'ਚ ਤੁਰੇ ਫਿਰਦਾ ਰਹਿਣਾ ਪੈਂਦਾ, ਕਿਉਂਕਿ ਆਹ ਡਾਕੂਮੈਂਟ ਨਹੀਂ ਲੱਗਾ ਜਾਂ ਉਹ ਨਹੀਂ ਲੱਗਾ। ਤੇ ਮੈਨੂੰ ਲੱਗਦਾ ਵੀ ਕਿਤੇ ਇੱਕ ਵੀ ਜਾਂਚ ਨਹੀਂ ਸਿੱਧਾ ਇੱਥੋਂ ਕੇਸ ਫਾਰਵਰਡ ਕੀਤਾ ਤੇ ਇੱਕ ਘੋਸ਼ਣਾ ਪੱਤਰ ਮੰਗਿਆ, ਉਹ ਵੀ ਚੀਫ ਸਾਹਿਬ ਨੇ ਸਰਪੰਚ ਸਾਹਿਬ ਕੀਤਾ ਤੇ ਅਗਲੇ ਦੇ ਨਾਲ ਦੀ ਨਾਲ ਕੇਸ ਤੇ AG ਦਫ਼ਤਰ ਚਲਾ ਗਿਆ ਤੇ ਨਾਲ ਦੀ ਨਾਲ ਮਨਜ਼ੂਰ ਹੋ ਗਿਆ। ਤੇ ਇਸ ਤਰ੍ਹਾਂ ਦੇ ਜੇ ਸਾਨੂੰ ਅਗਵਾਈ ਦੇਣ ਵਾਲੇ ਸਟੂਡੈਂਟ ਸਾਹਿਬ ਮਿਲਣ ਤਾਂ ਸਾਨੂੰ ਕੋਈ ਮੈਨੂੰ ਲੱਗਦਾ ਵੀ ਕੋਈ ਪ੍ਰੋਬਲਮ ਨਹੀਂ ਆਉਂਦੀ, ਕਿਉਂਕਿ ਸਾਡੀ ਸਰਵਿਸ ਜ਼ਿਆਦਾ ਫੀਲਡ ਨਾਲ ਹੁੰਦੀ ਹੈ। ਸਾਨੂੰ ਬਹੁਤੀਆਂ ਟੈਕਨੀਕਲਾਂ ਜਿਹੜੀਆਂ ਇਹ ਅਰਜਨਾ ਸਾਡੇ ਵਾਸਤੇ ਨਾਮੁਮਕਿਨ ਹੀ ਹੁੰਦੇ ਆ, ਕਿਉਂਕਿ ਅਸੀਂ ਇਹਦੇ ਬਾਰੇ ਬਹੁਤ ਜਾਣਦੇ ਨਹੀਂਗੇ। ਤੇ ਇਹਨਾਂ ਦਾ ਪਰਿਵਾਰ ਵੀ ਇਹਦੇ ਮੈਨੂੰ ਤਾਂ ਲੱਗਦਾ ਵੀ ਸਟੂਡੈਂਟ ਮੇਰੇ ਕੋਲ ਥੋੜੀ ਜਿਹੀ ਕਾਲੀ ਦਾੜੀ ਕਰਦੇ ਆ ਤੇ ਰਿਟਾਇਰਮੈਂਟ ਵਾਲੀ ਸ਼ਕਲ ਜੀ ਲੱਗਦੀ ਨਹੀਂ, ਇਹਨਾਂ ਦੀ ਗਲਤ ਕਰਤਾ ਸਰਕਾਰ ਨੇ। ਕਿਉਂਕਿ ਜਦੋਂ ਇਸ ਤਰ੍ਹਾਂ ਦਾ ਬਾਣਾ ਬੁਣਾ ਜਾਂ ਪਹਿਲੇ ਹੋਵੇ ਨਾ ਲੱਗਦਾ ਨਹੀਂ ਹੁੰਦਾ ਰਿਟਾਇਰਮੈਂਟ ਨਾਲ। ਪਰਸੋਂ ਜਿੱਥੇ SDM ਦੇ ਮੀਟਿੰਗ ਇੱਕ ਮੇਰੇ ਨਾਲ ਯਾਰ ਬੈਠਾ ਕਹਿੰਦਾ ਯਾਰ SDM ਨਵਾਂ ਜਿਹਾ ਆਇਆ ਤੇ ਇਹ ਪਤਾ ਨਹੀਂ ਕੀ ਬੋਲੂ ਕੀ ਨਹੀਂ ਬੋਲੂਗਾ। ਮੈਂ ਕਿਹਾ ਯਾਰ ਮੈਂ ਤਾਂ ਦੇਖਿਆ ਵੀ 2 ਮਹੀਨੇ ਮੇਰੀ ਸਰਵਿਸ ਰਹਿੰਦੀ ਹੈ ਤੇ ਇਸ ਤੋਂ ਪਹਿਲਾਂ ਸਾਰੇ ਪ੍ਰਸ਼ਾਸਨ ਨਾਲ ਮੈਂ ਬਹੁਤ ਵਧੀਆ ਕੰਮ ਕੀਤਾ ਤੇ ਬਹੁਤ ਵਧੀਆ ਰਹਿਣਾ ਤੇ ਮੈਂ ਇਹਨੂੰ ਸ਼ੋਅ ਹੀ ਨਹੀਂ ਹੋਣ ਦੇਣਾ ਵੀ ਮੈਂ ਮਾੜਾ। ਤੇ ਮੈਂ ਕਿਹਾ ਜੇ 12 ਵਜੇ ਆਪ 12:30 ਹੋ ਗਏ ਤਾਂ ਮੈਂ 12 ਵਜੇ ਹੁੰਦਾ ਉੱਤੇ ਮੈਨੂੰ ਮੈਂ ਕਿਹਾ ਮੇਰੇ ਤਾਂ 2 ਮਹੀਨੇ ਰਹਿ ਗਏ, ਕਹਿੰਦਾ ਤੁਸੀਂ ਡਰਾਈਵਰ ਹੋਣੇ। ਮੈਂ ਕਿਹਾ ਯਾਰ ਲੱਗਦਾ ਤਾਂ ਮੈਨੂੰ ਵੀ ਨਹੀਂ ਗਾ ਡਰਾਈਵਰ ਹੋਣੇ। ਕਹਿੰਦਾ ਮੈਂ ਤੁਹਾਡਾ ਬੁੱਢਾ ਲੱਗਦਾ ਤੇ ਮੇਰੇ ਹਲੇ 4 ਸਾਲ ਪਏ ਆ। ਮੈਂ ਕਿਹਾ ਚਲੋ ਮੈਂ ਮਾੜਾ ਮੋਟਾ ਰੰਗ ਵਾਪ ਲੈਂਦਾ ਹੋਊਗਾ। ਜਿਹੜੇ ਸਟੂਡੈਂਟ ਸਾਹਿਬ ਮੈਨੂੰ ਤਾਂ ਲੱਗਦਾ ਇਹਨਾਂ ਦਾ ਪਰਿਵਾਰ ਹੀ ਜੰਗ ਲੱਗਦਾ ਸਾਰਾ, ਇਹਦੀ ਵਾਈਫ ਵੀ ਜੰਗ ਵਿੱਚ ਹੈ ਤੇ ਸਰਕਾਰ ਨੂੰ ਗਲਤ ਫਹਿਮੀ ਹੋਈ ਹੈ ਕੋਈ ਇਹਨਾਂ ਦੀ ਡੇਟ ਆਫ ਬਰਥ ਜਿਹੜੀ ਗਲਤ ਨੋਟ ਕਰਦੀ ਹੈ ਤੇ ਲੱਗਦੇ ਨਹੀਂ ਸੀਗੇ। ਮੈਂ ਕਹਿੰਦਾ ਵੀ ਜੇ 2-4 ਸਾਲ ਸਾਨੂੰ ਹੋਰ ਟਾਈਮ ਦੇ ਦਿੰਦੀ ਸਰਕਾਰ ਤੇ ਇਹਨਾਂ ਦੀ ਸਾਡੀ ਜੋਬ ਵਾਈ ਬੱਚਿਆਂ ਨੂੰ ਮਿਲਦੀ ਤਾਂ ਇਹਨਾਂ ਦੀ ਸ਼ਾਇਦ ਕੰਮ ਕਰਦੇ ਅਸੀਂ ਹੈ। ਤੇ ਇਸੇ ਤਰ੍ਹਾਂ ਜਿਹੜਾ ਡਾਕਟਰ ਸਰਦਾਰ ਪਰਮਜੀਤ ਸਿੰਘ ਜੀ ਹੈ ਇਹ 1990 ਤੋਂ ਸਰਵਿਸ ਕੀਤੀ ਤੇ 1988 ਚ ਮੈਂ ਜੁਆਇਨ ਕੀਤਾ ਬਾਗੇ ਪੁਰਾਣੇ ਤੇ 93 ਚ ਮੈਂ ਜਨਰਲ ਡਿਪਾਰਟਮੈਂਟ ਆਇਆ। ਪਹਿਲਾਂ ਮਾਰਕੀਟਿੰਗ ਵਿੱਚ ਸੀ, ਉੱਥੇ ਹੁੰਦੇ ਸੀ ਸਾਡੇ ਕੋਲ ਪਰਮਜੀਤ ਸਿੰਘ ਜੀ ਤੇ ਬੜੇ ਫਤੀਲੇ ਤੇ ਤਤਪਰ ਰਹਿੰਦੇ ਸੀ ਹਰ ਇੱਕ ਕੰਮ ਨੂੰ। ਇੱਕ ਉੱਥੇ ਸਾਡਾ ਦਫ਼ਤਰ ਸੀਗਾ ASI ਸੀਗਾ ਸਾਡਾ ਰੇਸ਼ਮ ਸਿੰਘ ਜੀ, ਉਹ ਇਹਨਾਂ ਬੜੀ ਤੇ ਆਪਣੇ 12 ਵਜੇ ਇਹਨਾਂ ਨੇ ਕਾਠੀ ਝਟਕਾ ਹੀ ਲੈਣੀ ਹੁੰਦੀ ਸੀ। 12-12:30 ਵਜਣਾ ਉਹਨੇ ਕਹਿਣਾ ਖਾਣਾ ਮੇਰੇ ਹੱਥ ਨੂੰ ਰੇਸ਼ਮ ਨੇ ਘੱਟ ਤੇ ਇਹਨਾਂ ਨੇ ਕਹਿਣਾ ਕਾਠੀ ਬਣਾ ਡਾਕਟਰ ਸਾਹਿਬ ਬਣਾ ਕੇ ਬਣਾ ਲਓ। ਸੁਪਾਲ ਸਿੰਘ ਹੁੰਦੇ ਸੀ ਇਹਨਾਂ ਦੇ ਸੀਨੀਅਰ ਲੀਡਰ ਤੇ ਜਾਨੀ ਬੜਾ ਵਧੀਆ ਇਹਨਾਂ ਨੇ ਉੱਥੇ ਵੀ ਕੰਮ ਕੀਤਾ, ਫੀਲਡ ਦਾ ਵੀ ਕੀਤਾ, ਖਾਣ ਪੀਣ ਦਾ ਵੀ ਕੀਤਾ, ਸਾਰੇ ਕਰਦੇ ਰਹੇ ਆ। ਉਸ ਤੋਂ ਬਾਅਦ ਇਹ ਆ ਗਏ ਇੱਥੇ ਸੁਖਦੇਵ ਸਿੰਘ ਕੋਲੇ। ਡਾਕਟਰ ਸੁਖਦੇਵ ਸਿੰਘ ਅੱਜ ਕੱਲ੍ਹ ਆਸਟ੍ਰੇਲੀਆ, ਉਹ ਇਹਨਾਂ ਦੇ ਗੁਰੂ ਹੈ। ਮੈਂ ਤਾਂ ਕਹੂੰਗਾ ਇਹਨਾਂ ਨੂੰ ਗੁਰੂ ਸਮਝਣਾ ਚਾਹੀਦਾ ਹੈ। ਜਿਹੜੇ ASI ਬਣੇ ਆ ਬੇਲਦਾਰ ਤੋਂ ਉਹਨਾਂ ਦੀ ਦੇਣ ਹੈ, ਕਿਉਂਕਿ ਉਹਨਾਂ ਨੇ ਇਹਨਾਂ ਨੂੰ ਮੈਟ੍ਰਿਕ ਪਾਸ ਕਰਾਈ ਹੈ। ਮੈਟਰ ਪਾਸ ਉਹਨਾਂ ਨੇ ਬਾਅਦ ਚ ਕਰਵਾਈ ਹੈ, ਧੱਕਾ ਧੁੱਕਾ ਦੇ ਕੇ ਇਹਨੂੰ ਕਰਨਾ ਪਰਮੀ ਦਾ ਇੱਕ ਪੇਪਰ ਕਰਨਾ ਜੋ ਕਰਨਾ ਜਾਣ ਕੇ ਉਹਦੇ ਨਾਲ ਇਹ ਸਬ ਇੰਸਪੈਕਟਰ ਬਣ ਗਏ। ਸਬ ਇੰਸਪੈਕਟਰ ਉਹਦੇ ਤੋਂ ਇੱਥੇ ਸਾਡੇ ਕੋਲ ਇਹਨਾਂ ਨੇ ਰਿਟਾਇਰਮੈਂਟ ਲਈ ਹੈ। ਜਿਵੇਂ ਡਾਕਟਰ ਜਸਵਿੰਦਰ ਨੇ ਦੱਸਿਆ ਵੀ ਕੰਮ ਦੇ ਫਟੀਲੇ ਬੜੇ ਆ ਇਹ, ਜਿਵੇਂ ਕੈਂਪ ਕੂਪ ਲਾਉਣੇ ਆ, ਜਾਣੀ ਝਟਕਦੇ ਨਹੀਂਗੇ, ਫੀਲਡ 'ਚ ਲੋਕਾਂ ਕੋਲੇ ਜਾਣਾ, ਫੀਲਡ 'ਚ ਜ਼ਿਮੀਂਦਾਰਾਂ ਕੋਲੇ ਜਾਣਾ, ਜਾਣੀ ਇਹਨਾਂ ਦਾ ਵਧੀਆ ਰਿਲੇਸ਼ਨ ਸੀਗਾ। ਤੇ ਮੈਂ ਇਹਨਾਂ ਦੋਨਾਂ ਪਰਿਵਾਰਾਂ ਨੂੰ ਆਪਦੇ ਵੱਲੋਂ ਬਹੁਤ ਬਹੁਤ ਵਧਾਈ ਦਿੰਦਾ ਤੇ ਆਉਣ ਵਾਲੀ ਲਾਈਫ ਹੈ ਜਿਹੜੀ ਇਹਨਾਂ ਦੀ, ਕਿਉਂਕਿ ਸਟੂਡੈਂਟ ਸਾਹਿਬ ਤਾਂ ਲੱਗਦੇ ਹੀ ਜਾਂਗਾ, ਪਰਮਜੀਤ ਵੀ ਜਾਂਦੀ ਹੈ, ਵੈਸੇ ਹੀ ਚਿੱਟਾ ਜਾ ਹੋਇਆ ਵਾ ਉਹ। ਤੇ ਸਮਾਜ ਸੇਵਾ ਜ਼ਰੂਰ ਹੈ ਜਿਹੜੀ ਅੱਜ ਹੁਣ ਪਹਿਲੀ ਗੱਲ ਤਾਂ ਆਪਦੇ ਪਰਿਵਾਰ ਨਾਲ ਬਤੀਤ ਕਰਨਾ, ਕਿਉਂਕਿ ਆਹ ਸਾਡਾ ਪਰਿਵਾਰ ਹੁੰਦਾ ਐਗਰੀਕਲਚਰ ਦਾ, ਜਿਹੜਾ ਬੰਦਾ ਸਰਵਿਸ ਕਰਦਾ ਉਹਦਾ ਪਰਿਵਾਰ ਹੈ ਇੱਥੇ, ਉਸ ਤੋਂ ਬਾਅਦ ਉਹ ਪਰਿਵਾਰ 'ਚ ਵਿਚਰਦਾ ਆਪਦਾ, ਕਿਉਂਕਿ ਅਸੀਂ ਤਾਂ ਰਾਤ ਕੱਟਣ ਜਾਣੀ ਹੁੰਦੀ ਹੈ ਘਰੇ ਤੇ ਦੂਜਾ ਸਮਾਂ ਤਾਂ ਅਸੀਂ ਇੱਥੇ ਪਰਿਵਾਰ 'ਚ ਹੀ ਹੈ। ਮੈਂ ਕਹਿੰਦਾ ਆਹ ਸਭ ਤੋਂ ਵੱਡਾ ਪਰਿਵਾਰ ਹੈ।
ਇਹਦੇ 'ਚ ਕੋਈ ਵੀ ਕਿਸੇ ਤੋਂ ਜੇ ਕੋਈ ਗਲਤ ਫਹਿਮੀ 'ਚ ਤੁਹਾਨੂੰ ਸੁਪਰਡੈਂਟ ਸਾਹਿਬ ਨੂੰ ਜਾਂ ਪਰਮਜੀਤ ਨੂੰ ਕੋਈ ਵੀ ਕਿਤੇ ਉੱਚਾ ਨੀਵਾਂ ਬੋਲਿਆ ਗਿਆ ਹੋਵੇ ਤਾਂ ਅਸੀਂ ਮਾਫੀ ਚਾਹੁੰਦੇ ਹਾਂ ਤੇ ਪ੍ਰਮਾਤਮਾ ਤੁਹਾਡੀ ਲੰਬੀ ਆਜੂ ਕਰੇ ਤੇ ਸਮਾਜ ਸੇਵਾ ਜਿਹੜੀ ਆ ਤੁਸੀਂ ਬਿਹਤਰ ਤਰੀਕੇ ਨਾਲ ਤੇ ਆਪਦੇ ਪਰਿਵਾਰ ਦੀ ਜਿਹੜੀ ਅਗਲੀ ਜਿਹੜੀ ਲਾਈਫ ਆ ਉਹਨਾਂ ਨੂੰ ਸਹੀ ਸੇਧਾਂ ਵਿੱਚ ਦੇਣ ਲਈ ਕਾਮਯਾਬ ਹੋਵੋ। ਵਾਹਿਗੁਰੂ ਜੀ ਕੋਲ ਇਹੀ ਅਰਦਾਸ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਬਹੁਤ ਬਹੁਤ ਧੰਨਵਾਦ ਜੀ। ਇੱਕ ਬਹੁਤ ਖੁਸ਼ੀ ਦੀ ਗੱਲ ਹੈ ਜਿੱਥੇ ਆਪਾਂ ਨੂੰ ਪਾਰਟੀ ਦੇਣ ਦੇ ਵਿੱਚ ਅਸੀਂ ਖੁਸ਼ੀ ਮਹਿਸੂਸ ਕਰਦੇ ਹਾਂ, ਉੱਥੇ ਸਾਡੇ ਪਰਮਜੀਤ ਸਿੰਘ ਜੀ ਦਾ ਸਮੁੱਚਾ ਪਰਿਵਾਰ ਆਇਆ ਹੈ ਔਰ ਉਹਨਾਂ ਦੀ ਲੜਕੀ, ਉਹਨਾਂ ਦਾ ਬੇਟਾ ਔਰ ਉਹਨਾਂ ਦਾ ਜਵਾਈ ਸਾਹਿਬਾਨ ਉਹ ਆਏ ਹੈ ਔਰ ਉਹਨਾਂ ਨਾਲ ਉਹ ਕਹਿੰਦੇ ਵੀ ਸਾਨੂੰ ਆਪਣੇ ਦਿਲ ਦੀ ਖੁਸ਼ੀ ਹੈ, ਸਾਨੂੰ ਇਸ ਗੱਲ 'ਚ ਖੁਸ਼ੀ ਮਹਿਸੂਸ ਹੋਊਗੀ ਤੇ ਉਹ 2 ਹਾਰ ਲੈ ਕੇ ਆਏ ਆ ਪਿੰਡੋਂ। ਇੱਕ ਸਾਡੇ ਮੁੱਖ ਖੇਤੀਬਾੜੀ ਅਫਸਰ ਡਾਕਟਰ ਬਲਵਿੰਦਰ ਸਿੰਘ ਜੀ ਵਾਸਤੇ ਔਰ ਡਾਕਟਰ ਹਰਦੇਵ ਸਿੰਘ ਜੀ ਮੁੱਖ ਫਿਰੋਜ਼ਪੁਰ ਵਾਸਤੇ। ਸੋ ਉਹਨਾਂ ਨੂੰ ਬੇਨਤੀ ਹੈ ਵੀ ਉਹ ਹਾਰ ਪਾ ਲੈਣ ਔਰ ਚੀਫ ਸਾਹਿਬ ਉਹਨਾਂ ਨੂੰ ਬੇਨਤੀ ਹੈ ਵੀ ਉਹ ਕਬੂਲ ਕਰਨ ਹਾਰ। ਸੋ ਬੜੀ ਸਾਡੇ ਮਨ 'ਚ ਅਥਾਹ ਖੁਸ਼ੀ ਇਸ ਗੱਲ ਦੀ ਕਿ ਤੁਹਾਡੇ ਮਨ ਦੇ ਵਿੱਚ ਵੀ ਖੁਸ਼ੀ ਦਾ ਇਜ਼ਹਾਰ ਹੋ ਰਿਹਾ ਹੈ। ਨਾਲ ਆਜੋ ਸਰ। ਔਰ ਇਹ ਨਵੀਂ ਪਹਿਲੀ ਇਹ ਹੋਈ ਹੈ ਗੱਲ। ਸੋ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ। ਔਰ ਸਾਨੂੰ ਤੇ ਚੰਗਾ ਲੱਗਾ ਵੀ ਸਾਡੇ ਜਵਾਈ ਜਿਹੜੇ ਆ ਉਹ ਵੀ ਸਾਡੇ ਵਿੱਚ ਆਏ ਆ। ਇੱਥੋਂ ਸਾਨੂੰ ਝਲਕ ਪੈਂਦੀ ਹੈ ਵੀ ਜਿਹੜਾ ਪਰਿਵਾਰ ਹੈ ਉਹ ਬੜਾ ਸਮੂਹ 'ਚ ਜਿਹੜਾ ਆਪਦੀ ਲਾਈਫ ਜਿਹੜੀ ਸਮੁੱਚੀ ਉਹ ਚਲਾ ਰਿਹਾ। ਸੋ ਬਹੁਤ ਬਹੁਤ ਧੰਨਵਾਦ। ਹੁਣ ਮੈਂ ਡਾਕਟਰ ਨਵਦੀਪ ਸਿੰਘ ਜੀ ਨੂੰ ਬੇਨਤੀ ਕਰੂੰਗਾ ਤੇ ਉਹ ਆਉਣ ਖੇਤੀਬਾੜੀ ਵਿਕਾਸ ਅਫਸਰ ਵੱਲੋਂ। ਬਹੁਤ ਹੀ ਸਤਿਕਾਰਯੋਗ ਅੱਜ ਦੀ ਵਿਦਾਇਗੀ ਪਾਰਟੀ ਦੇ ਮੁੱਖ ਮਹਿਮਾਨ ਸਰਦਾਰ ਗੁਰਚਰਨ ਸਿੰਘ ਜੀ ਸੁਪਰਡੈਂਟ ਸਾਹਿਬ ਤੇ ਉਹਨਾਂ ਦੇ ਨਾਲ ਆਏ ਉਹਨਾਂ ਦੇ ਪਰਿਵਾਰਕ ਮੈਂਬਰ, ਦੋਸਤ ਮਿੱਤਰ, ਸਰਦਾਰ ਪਰਮਜੀਤ ਸਿੰਘ ਜੀ ਸਬ ਇੰਸਪੈਕਟਰ ਸਾਹਿਬ ਉਹਨਾਂ ਦੇ ਨਾਲ ਆਏ ਉਹਨਾਂ ਦੇ ਦੋਸਤ ਮਿੱਤਰ, ਰਿਸ਼ਤੇਦਾਰ, ਸਾਡੇ ਮੋਗਾ ਜ਼ਿਲ੍ਹਾ ਦੇ ਮੁੱਖ ਖੇਤੀਬਾੜੀ ਅਫਸਰ ਡਾਕਟਰ ਬਲਵਿੰਦਰ ਸਿੰਘ ਜੀ, ਫਿਰੋਜ਼ਪੁਰ ਦੇ ਮੁੱਖ ਖੇਤੀਬਾੜੀ ਅਫਸਰ ਡਾਕਟਰ ਹਰਦੇਵ ਸਿੰਘ ਜੀ ਤੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਜ਼ਿਲ੍ਹਾ ਮੋਗਾ ਦੇ ਸਮੂਹ ਕਰਮਚਾਰੀ ਅਫਸਰ ਸਾਹਿਬਾਨ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਜਦੋਂ ਅਸਲ ਦੇ ਵਿੱਚ ਜਦੋਂ ਕੋਈ ਸਰਕਾਰੀ ਅਧਿਕਾਰੀ ਜਾਂ ਕਰਮਚਾਰੀ ਨੌਕਰੀ ਦੇ ਵਿੱਚ ਜਦੋਂ ਆਉਂਦਾ ਤਾਂ ਬੜਾ ਡਾਢਾ ਚਾਅ ਹੁੰਦਾ ਉਦੋਂ ਵੀ ਸਰਕਾਰੀ ਜੋਬ ਮਿਲ ਗਈ ਆ, ਆਉਣ ਵਾਲਾ ਸਮਾਂ, ਆਉਣ ਵਾਲਾ ਭਵਿੱਖ ਜਿਹੜਾ ਉਹ ਸੁਰੱਖਿਅਤ ਹੋਊ। ਪਰ ਜਿੰਨਾ ਚਾਅ, ਜਿੰਨਾ ਮਲਾਰ ਨੌਕਰੀ ਲੈਣ ਦਾ ਹੁੰਦਾ ਹੈ, ਸਹੀ ਮਾਇਨੇ ਦੇ ਵਿੱਚ ਉਹ ਦੁੱਗਣਾ ਤਿੱਗਣਾ ਚਾਅ ਸਾਫ਼ ਸੁਥਰੇ ਤਰੀਕੇ ਦੇ ਨਾਲ, ਸਿਹਤਮੰਦ ਜੀਵਨ ਦੇ ਨਾਲ ਤੇ ਬਿਨਾਂ ਕਿਸੇ ਪਰੇਸ਼ਾਨੀ ਤੋਂ, ਕਿਸੇ ਵਿਭਾਗ ਤੋਂ, ਕਿਸੇ ਨੌਕਰੀ ਤੋਂ ਰਿਟਾਇਰਮੈਂਟ ਲੈਣ ਦਾ ਹੁੰਦਾ। ਤੇ ਅੱਜ ਸਾਡੇ ਇਹਨਾਂ ਦੋਨਾਂ ਸ਼ਖਸੀਅਤਾਂ ਦੇ ਲਈ ਮਾਣ ਵਾਲੀ ਗੱਲ ਆ। ਇਹ ਮੈਂ ਕਹਿੰਦਾ ਵੀ ਕਿਸਮਤ ਵਾਲੇ ਆ ਦੋਨੇ ਸ਼ਖਸੀਅਤਾਂ ਕਿ ਜਿਨ੍ਹਾਂ ਨੇ ਅੱਜ ਉਸ ਪਿਰਤ ਦੇ ਉੱਤੇ ਚੱਲਦੇ ਆ ਬਿਨਾਂ ਕਿਸੇ ਕਹਿ ਲਈਏ ਕਿ ਡਿਸਪਿਊਟ ਦੇ ਵਿੱਚ ਪਿਆ ਸਿਹਤਮੰਦ ਜੀਵਨ ਦੇ ਨਾਲ ਅੱਜ ਦੋਨੇ ਆਪਣੇ ਖੁਸ਼ੀ ਚਿੱਟੀ ਚਾਦਰ ਲੈ ਕੇ ਘਰੇ ਜਾ ਰਹੇ ਆ। ਇਹਨਾਂ ਨੂੰ ਮੇਰੀ ਆਪਦੇ ਵੱਲੋਂ ਬਹੁਤ ਬਹੁਤ ਵਧਾਈ ਹੈ। ਸੁਪਰਡੈਂਟ ਸਾਹਿਬ ਦੀ ਜਦੋਂ ਤੱਕ ਆਪਾਂ ਗੱਲ ਕਰ ਲਈਏ, ਕਿਉਂਕਿ ਸਾਨੂੰ ਜਿਵੇਂ ਪਹਿਲਾਂ ਵੀ ਬੁਲਾਰਿਆਂ ਨੇ ਦੱਸਿਆ ਕਿ ਮੋਗੇ ਜ਼ਿਲ੍ਹੇ ਦੇ ਵਿੱਚ ਇਹਨਾਂ ਨੇ ਜੌਬ ਬੜੀ ਘੱਟ ਕੀਤੀ ਹੈ, ਪਰ ਫਿਰ ਵੀ ਮੈਂ ਇਹਨਾਂ ਨੂੰ 2-3 ਵਾਰੀ ਡਾਕਟਰ ਪਰਮਜੀਤ ਸਿੰਘ ਜਿਹੜੇ ਮੌਕੇ ਦੀ ਬੜੀ ਅਫਸਰ ਹੁੰਦੇ ਸੀਗੇ ਲੁਧਿਆਣੇ, ਉਹਨਾਂ ਦੇ ਨਾਲ ਮਿਲਣ ਦਾ ਮੌਕਾ ਮਿਲਿਆ ਜਾਂ ਇੱਥੇ ਮਿਲਣ ਦਾ ਮੌਕਾ ਮਿਲਿਆ। ਬੜਾ ਵਧੀਆ ਇਹਨਾਂ ਦਾ ਸੁਭਾਅ ਹੈ। ਜਿਵੇਂ ਪਹਿਲਾਂ ਵੀ ਦੱਸਿਆ ਗਿਆ ਕਿ ਨਿਯਮਾਂ ਦਾ ਬੜਾ ਇਹਨਾਂ ਨੂੰ ਗਿਆਨ ਆ। ਸਾਡਾ ਵੈਸੇ ਵੀ ਜਿਹੜਾ ਮਿਨਿਸਟਰੀਅਲ ਸਟਾਫ ਆ, ਵੈਸੇ ਤਾਂ ਸਾਡੇ ਖੇਤੀਬਾੜੀ ਵਿਭਾਗ ਦੇ ਸਾਰੇ ਵਿੰਗਾਂ ਦਾ ਬੜਾ ਯੋਗਦਾਨ ਆ ਪੰਜਾਬ ਦੀ ਕਿਸਾਨੀ ਦੇ ਵਿਕਾਸ ਦੇ ਵਿੱਚ। ਭਾਵੇਂ ਕਿਸੇ ਦਾ ਸਿੱਧੇ ਤੌਰ ਤੇ ਜਿਹੜਾ ਫੀਲਡ ਦੇ ਵਿੱਚ ਜਾਂਦਾ ਜਾਂ ਜਿਹੜਾ ਦਫ਼ਤਰ ਦੇ ਵਿੱਚ ਬਹਿ ਕੇ ਕੰਮ ਕਰਦਾ, ਉਹ ਵੀ ਸਹੀ ਮਾਇਨੇ ਦੇ ਵਿੱਚ ਕਿਸਾਨ ਹਿੱਤ ਦੇ ਵਿੱਚ ਹੀ ਕੰਮ ਕਰ ਰਿਹਾ ਹੁੰਦਾ। ਇਹਦੇ ਵਿੱਚ ਸਾਡੇ ਮਿਨਿਸਟਰੀਅਲ ਸਟਾਫ ਦਾ, ਸਾਡੇ ਦਫ਼ਤਰ ਦਾ ਬੜਾ ਵੱਡਾ ਯੋਗਦਾਨ ਹੁੰਦਾ। ਜਦੋਂ ਕਿਤੇ ਭਾਵੇਂ ਇਹਨਾਂ ਦਾ ਸਾਡੀਆਂ ਜਿਹੜੇ ਅਸੀਂ ਫੀਲਡ ਦੇ ਵਿੱਚ ਕੰਮ ਕਰਦੇ ਆ, ਸਾਡੀਆਂ ਸੈਲਰੀਜ਼, ਸਾਡੀਆਂ ਪੈਨਸ਼ਨ, ਸਾਡੇ ਏਰੀਆ ਜਾਂ ਸਾਡੀਆਂ ਸਬਸਿਡੀ ਮੈਟਰ ਦੇ ਨਾਲ ਸਿੱਧੇ ਤੌਰ ਤੇ ਸੰਬੰਧ ਹੁੰਦਾ ਇਹਨਾਂ ਦਾ, ਪਰ ਦੂਸਰੇ ਪਾਸੇ ਇਹ ਕਿਸਾਨ ਹਿੱਤ ਦੇ ਵਿੱਚ ਵੀ ਕੰਮ ਕਰ ਰਹੇ ਹੁੰਦੇ ਜਦੋਂ ਦਫ਼ਤਰ ਦੇ ਵਿੱਚ ਬੈਠੇ ਹੁੰਦੇ ਆ। ਕਿਉਂਕਿ ਸਾਨੂੰ ਕੋਈ ਪਰੇਸ਼ਾਨੀ ਨਹੀਂ ਹੁੰਦੀ ਕਿ ਸਾਡੇ ਕੋਈ ਹਿੱਤ ਆ ਜਿਹੜੇ ਉਹ ਘੱਟ, ਜਾਨੀ ਕਿ ਕੋਈ ਸਾਨੂੰ ਮਿਲ ਜੂਗਾ, ਸਾਡੇ ਜਿੰਨਾ ਕੋਈ ਅਧਿਕਾਰ ਜਾਂ ਸਾਡਾ ਹੱਕ ਬਣਦਾ, ਇਹ ਸਾਡੇ ਹਿੱਤਾਂ ਦਾ ਪੂਰਨ ਖਿਆਲ ਰੱਖਦੇ ਆ। ਦੂਸਰੇ ਦਫ਼ਤਰਾਂ ਦੇ ਵਿੱਚ ਜਦੋਂ ਕੋਈ ਕਿਸਾਨ ਹਿੱਤ ਦੇ ਵਿੱਚ ਕੰਮ ਕਰਨਾ ਹੁੰਦਾ ਹੈ
ਕੋਈ ਸਬਸਿਡੀ ਦੀ ਗੱਲ ਆਉਂਦੀ ਹੈ, ਕੋਈ ਸੰਦਾਂ ਦੀ ਸਬਸਿਡੀ ਦੀ ਗੱਲ ਆਉਂਦੀ ਹੈ, ਕੋਈ ਬੀਜ ਦੀ ਸਬਸਿਡੀ ਦੀ ਗੱਲ ਆਉਂਦੀ ਹੈ, ਤਾਂ ਸਾਡਾ ਉਦੋਂ ਵੀ ਮਿਨਿਸਟਰੀਅਲ ਸਟਾਫ ਪਹਿਲ ਦੇ ਆਧਾਰ ਦੇ ਉੱਤੇ ਦਫ਼ਤਰ ਦੇ ਵਿੱਚ ਰਹਿ ਕੇ ਕਿਸਾਨ ਹਿੱਤ ਦੇ ਵਿੱਚ ਕੰਮ ਕਰਦਾ। ਔਰ ਮੈਨੂੰ ਇਹ ਕਹਿਣ ਦੇ ਵਿੱਚ ਕੋਈ ਝਿਜਕ ਨਹੀਂ ਮਹਿਸੂਸ ਹੁੰਦੀ ਕਿ ਸਾਡੇ ਮੋਗੇ ਜ਼ਿਲ੍ਹੇ ਦੇ ਵਿੱਚ ਇਹ ਪਹਿਲੇ ਲੰਮੇ ਸਮੇਂ ਤੋਂ ਪਿਰਤ ਪਈ ਹੈ ਕਿ ਸਾਡਾ ਮਿਨਿਸਟਰੀਅਲ ਸਟਾਫ ਹਮੇਸ਼ਾ ਮੂਲੀਆ ਸਭਾ ਦੇ ਵਿੱਚ ਖੜੇ ਹੋ ਕੇ ਕਿਸਾਨ ਹਿੱਤ ਦੇ ਵਿੱਚ ਕੰਮ ਕਰਦਾ। ਔਰ ਇਹੀ ਕਾਰਨ ਸੀ ਕਿ ਸੁਪਰਡੈਂਟ ਸਾਹਿਬ ਨੇ ਇੱਥੇ ਆ ਕੇ ਆਪ ਚੰਗੇ ਸੀ ਔਰ ਇਹਨਾਂ ਨੂੰ ਸਟਾਫ ਵੀ ਚੰਗਾ ਮਿਲਿਆ। ਇਹਨਾਂ ਨੇ ਬੜੇ ਵਧੀਆ ਆਪਣਾ ਜਿਹੜਾ ਇਹ ਸਮਾਂ ਕੱਢਿਆ। ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਡਾ ਮਿਨਿਸਟਰੀਅਲ ਸਟਾਫ ਆ ਜਿਹੜਾ ਉਹ ਇਹਨਾਂ ਲੀਹਾਂ ਦੇ ਉੱਤੇ ਤੁਰਦਾ ਰਹੂਗਾ। ਦੂਜੀ ਗੱਲ, ਪਰਮਜੀਤ ਸਿੰਘ ਜੀ ਬਤੌਰ ਸਬ ਇੰਸਪੈਕਟਰ ਰਿਟਾਇਰ ਹੋਏ ਆ। ਇਹਨਾਂ ਨੂੰ ਮੈਂ ਭਾਵੇਂ ਨਾਲ ਨੌਕਰੀ ਨਹੀਂ ਕੀਤੀ ਪਰ ਬੜਾ ਨੇੜੇ ਹੋ ਕੇ ਦੇਖਿਆ। ਜਿਵੇਂ ਡਾਕਟਰ ਜਸਵਿੰਦਰ ਨੇ ਦੱਸਿਆ, ਡਾਕਟਰ ਜਰਨੈਲ ਸਿੰਘ ਜੀ ਨੇ ਦੱਸਿਆ ਕਿ ਕਿਸਾਨਾਂ ਦੇ ਨਾਲ ਬੜਾ ਨਜ਼ਦੀਕੀ ਦਾ ਰਿਸ਼ਤਾ ਸੀ ਪਰਮਜੀਤ ਸਿੰਘ ਜੀ ਦਾ। ਸਹੀ ਕਹਿਣੇ ਦੇ ਵਿੱਚ ਜਿਹੜੇ ਸਮਿਆਂ ਦੇ ਵਿੱਚ ਇਹਨਾਂ ਨੇ ਨੌਕਰੀਆਂ ਕੀਤੀਆਂ, ਭਾਵੇਂ ਉਸ ਸਮੇਂ ਦੇ ਖੇਤੀਬਾੜੀ ਵਿਕਾਸ ਅਫਸਰ ਸੀ, ਮੁੱਖ ਖੇਤੀਬਾੜੀ ਅਫਸਰ ਸੀ, ਬਲਾਕ ਖੇਤੀਬਾੜੀ ਅਫਸਰ ਸੀ, ਸਾਡੇ ਸਬ ਇੰਸਪੈਕਟਰ ਸੀ, ਉਹਨਾਂ ਸਮਿਆਂ ਦੇ ਵਿੱਚ ਸੋਰਸਸ ਦੀ ਬੜੀ ਘਾਟ ਹੁੰਦੀ ਸੀ। ਹੁਣ ਤਾਂ ਸਾਡੇ ਕੋਲੇ ਸਕੂਟਰ, ਮੋਟਰਸਾਈਕਲ, ਕਾਰਾਂ, ਗੱਡੀਆਂ, ਮੋਬਾਈਲ ਸਾਡੇ ਕੋਲੇ ਆ। ਉਦੋਂ ਇਹ ਖੁਦ ਕਿਸਾਨ ਕੋਲੇ ਜੇ ਕੋਈ ਰਿਪੋਰਟ ਵੀ ਲੈਣੀ ਸੀ ਤਾਂ ਇਹਨਾਂ ਨੂੰ ਖੁਦ ਜਾ ਕੇ ਪਿੰਡਾਂ ਤੈਅ ਕਰਕੇ ਜਾਣਾ ਪੈਂਦਾ ਹੁੰਦਾ ਸੀ। ਇਹੀ ਕਾਰਨ ਆ ਕਿ ਜਿਨ੍ਹਾਂ ਇਲਾਕਿਆਂ ਦੇ ਵਿੱਚ ਸਾਡੇ ਉਸ ਸਮੇਂ ਦੇ ਸਬ ਇੰਸਪੈਕਟਰਾਂ ਨੇ, ਖੇਤੀਬਾੜੀ ਵਿਕਾਸ ਅਫਸਰਾਂ ਨੇ, ਬਲਾਕ ਖੇਤੀਬਾੜੀ ਅਫਸਰਾਂ ਨੇ ਜਾਂ ਮੁੱਖ ਖੇਤੀਬਾੜੀ ਅਫਸਰਾਂ ਨੇ ਕੰਮ ਕੀਤਾ ਤਾਂ ਇਹ ਉਹਨਾਂ ਕਿਸਾਨਾਂ ਦੇ ਦਿਲਾਂ ਤੇ ਅੱਜ ਵੀ ਰਾਜ ਕਰਦੇ ਆ। ਅੱਜ ਜੇ ਪਰਮਜੀਤ ਸਿੰਘ ਭਾਵੇਂ ਨੌਕਰੀ ਤੋਂ ਰਿਟਾਇਰ ਹੋ ਗਿਆ ਤਾਂ ਮੇਰਾ ਖਿਆਲ ਵੀ ਜੇ ਇਹ ਆਪਦੀ ਜੌਬ ਤੋਂ ਬਾਅਦ ਵੀ ਹੁਣ ਉੱਥੇ ਵੀ ਜਾਊਗਾ ਤਾਂ ਉਹਨਾਂ ਕਿਸਾਨਾਂ ਦੇ ਨਾਲ ਇੰਨਾ ਨਜ਼ਦੀਕੀ ਦਾ ਰਿਸ਼ਤਾ ਬਣਿਆ ਹੋਇਆ ਪਰਮਜੀਤ ਸਿੰਘ ਦਾ। ਉਹ ਇਹ ਸਮਝਦੇ ਆ ਕਿ ਪਰਮਜੀਤ ਸਿੰਘ ਸਾਡੇ ਪਰਿਵਾਰ ਦਾ ਹਿੱਸਾ ਹੈ। ਕਿਉਂਕਿ ਜਦੋਂ ਉਹਦਾ ਜਾਣਾ, ਜਾ ਕੇ ਉਹਨਾਂ ਦੇ ਚੁੱਲ੍ਹਿਆਂ ਤੇ ਬਹਿ ਕੇ ਚਾਹ ਵੀ ਪੀਣੀ, ਉਹਨਾਂ ਦੇ ਨਾਲ ਦੁੱਖ ਸੁੱਖ ਵੀ ਸਾਂਝੇ ਕਰਨੇ, ਤੇ ਰੋਟੀ ਵੀ ਖਾਣੀ, ਉੱਥੇ ਰਿਪੋਰਟ ਵੀ ਲੈ ਕੇ ਆਉਣੀ, ਗੱਲਾਂ ਦੇ ਵਿੱਚ ਕਿਸਾਨ ਨੂੰ ਸਿੱਧੇ ਰਾਹ ਵੀ ਪਾਉਣਾ, ਇਹੋ ਜੀ ਸਾਡੀਆਂ ਜਿਹੜੀਆਂ ਪ੍ਰਸਾਰ ਦੀਆਂ ਸੇਵਾਵਾਂ ਸੀ ਉਸ ਸਮੇਂ ਦੀਆਂ। ਭਾਵੇਂ ਅੱਜ ਸਮਾਂ ਜਿਹੜਾ ਚੇਂਜ ਹੋ ਗਿਆ, ਅੱਜ ਸਾਡੀ ਜਿਹੜੀ ਨਵੀਂ ਪੀੜ੍ਹੀ ਆ ਉਹ ਵੀ ਜੇ ਦੇਖਿਆ ਜਾਵੇ ਕਿ ਉਹਨਾਂ ਨੇ ਵੀ ਸਮੇਂ ਦੇ ਮੁਤਾਬਕ ਆਪਣੇ ਆਪ ਨੂੰ ਬਹੁਤ ਵਧੀਆ ਤਰੀਕੇ ਨਾਲ ਢਾਲਿਆ। ਭਾਵੇਂ ਸਾਡਾ ਆਤਮਾ ਸਟਾਫ ਆ, ਭਾਵੇਂ ਸਬ ਇੰਸਪੈਕਟਰ ਆ, ਉਹ ਵੀ ਅੱਜ ਦੇ ਤਕਨੀਕੀ ਯੁੱਗ ਦੇ ਨਾਲ ਮੇਲ ਖਾਂਦੇ ਆ। ਅੱਜ ਉਹ ਉੱਚ ਯੋਗਤਾ ਪ੍ਰਾਪਤ ਆ। ਜੇ ਪਿਛਲੇ ਸਮੇਂ ਦੇ ਦਰਮਿਆਨ 10 ਪਾਸ ਜਾਂ ਜਿਹੜਾ ਸਾਡੇ ਡਿਪਲੋਮਾ ਹੋਲਡਰ ਸਬ ਇੰਸਪੈਕਟਰ ਹੁੰਦੇ ਸੀ ਤਾਂ ਸਾਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਅੱਜ ਸਾਡੇ ਸਬ ਇੰਸਪੈਕਟਰ ਗ੍ਰੈਜੂਏਟ, ਪੋਸਟ ਗ੍ਰੈਜੂਏਟ ਵੀ ਹੈ। ਸਾਡੇ ਅੱਜ ਆਤਮਾ ਸਟਾਫ ਦੇ ਵਿੱਚ ਕੰਮ ਕਰਨ ਵਾਲੇ ਵੀ ਗ੍ਰੈਜੂਏਟ, ਪੋਸਟ ਗ੍ਰੈਜੂਏਟ ਆ। ਕਹਿਣ ਦਾ ਮਤਲਬ ਕਿ ਇੰਨਾ ਹਾਈਟੈਕ ਹੋ ਗਿਆ ਸਾਡਾ ਹੁਣ ਖੇਤੀਬਾੜੀ ਵਿਭਾਗ ਕਿ ਆਪਾਂ ਕਿਸਾਨ ਹਿੱਤ ਦੇ ਵਿੱਚ ਜਿਹੜੀਆਂ ਸਾਡੀਆਂ ਸੇਵਾਵਾਂ ਉਹਨਾਂ ਨੂੰ ਹੋਰ ਵੀ ਮਜ਼ਬੂਤੀ ਨਾਲ ਕੰਮ ਕਰਨ ਦਾ ਜਿਹੜਾ ਸਾਡਾ ਫਰਜ਼ ਬਣਦਾ ਹੈ। ਕਿਉਂਕਿ ਆਉਣ ਵਾਲਾ ਸਮਾਂ ਆਪਾਂ ਸਾਰੇ ਚੰਗੀ ਤਰ੍ਹਾਂ ਜਾਣਦੇ ਕਿ ਕਿਹੋ ਜਿਹਾ ਮਾਹੌਲ ਬਣਿਆ ਹੋਇਆ ਹੁਣ। ਬਹੁਤ ਜ਼ਿਆਦਾ ਕਠਿਨਾਈਆਂ, ਬੜੀਆਂ ਚੁਣੌਤੀਆਂ ਭਰਿਆ ਸਮਾਂ ਆਉਣ ਵਾਲਾ ਸਮਾਂ। ਸਾਡੀਆਂ ਨੌਕਰੀਆਂ ਜਿਵੇਂ ਸਾਡੇ ਬਜ਼ੁਰਗ ਜਾਂ ਸਾਡੇ ਪਿਛਲੇ ਸੀਨੀਅਰ ਸਾਥੀ ਕਰ ਗਿਆ, ਆਉਣ ਵਾਲੇ ਸਮੇਂ ਦੇ ਵਿੱਚ ਸਾਡੀਆਂ ਨੌਕਰੀਆਂ ਇਸ ਤਰ੍ਹਾਂ ਦੀਆਂ ਨਹੀਂ ਰਹਿਣੀਆਂ ਹੈਗੀਆਂ। ਕੱਲੇ ਕੰਮ ਦੇ ਲਈ ਅਸੀਂ ਜਵਾਬਦੇਹ ਹੋਵਾਂਗੇ ਆਉਣ ਵਾਲੇ ਸਮੇਂ ਦੇ ਵਿੱਚ। ਸੋ ਸਾਨੂੰ ਉਹਨਾਂ ਸਮਿਆਂ ਦੇ ਅਨੁਸਾਰ ਆਪਦੇ ਆਪ ਨੂੰ ਉਸ ਪੱਧਰ ਦੇ ਉੱਤੇ ਲਿਜਾਣਾ ਜਿਹੜਾ ਉਹ ਵੀ ਪਊਗਾ। ਸੋ ਉਮੀਦ ਕਰਦੇ ਹਾਂ ਕਿ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਆ, ਸਾਡੀਆਂ ਜਿਹੜੀਆਂ ਪਿਰਤਾਂ ਪਾਈਆਂ ਹੋਈਆਂ, ਸਾਨੂੰ ਵਿਰਾਸਤ ਦੇ ਵਿੱਚ ਪਿਰਤਾਂ ਮਿਲੀਆਂ, ਉਹਨਾਂ ਨੂੰ ਜ਼ਰੂਰ ਸਾਂਭ ਕੇ ਰੱਖਣਗੇ। ਬਾਕੀ ਇੱਕ ਗੱਲ ਤਾਂ ਮੈਨੂੰ ਮਾਣ ਆ ਕਿ ਮੈਨੂੰ 20 ਸਾਲ ਹੋ ਗਏ ਜੌਬ 'ਚ ਆਏ ਨੂੰ, ਤੇ ਡਾਕਟਰ ਸ਼ਪਾਲ ਸਿੰਘ ਜੀ ਇਸ ਸਟੇਜ ਦੇ ਉੱਤੇ ਮੰਚ ਸੰਚਾਲਨ ਕਰਦੇ ਹੁੰਦੇ ਸੀ। ਬੜੇ ਦਲੇਰ ਸਾਡੇ ਆਗੂ ਸੀਗੇ। ਉਹਨਾਂ ਦੀ ਪਾਈ ਵੀ ਪਿਰਤ ਅੱਜ ਤੱਕ ਕਿਸੇ ਨੇ ਲੀਕ ਨਹੀਂ ਮਾਰੀ ਉਹਦੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਉਮੀਦ ਕਰਦੇ ਹਾਂ ਕਿ ਫੰਡਾਂ ਦੀ ਕੋਈ ਵੱਡੀ ਘਾਟ ਨਹੀਂ। ਪ੍ਰਮਾਤਮਾ ਨੇ ਸਾਨੂੰ ਵਧੀਆ ਤਨਖਾਹਾਂ ਦਿੱਤੀਆਂ। ਜੇ ਆਪਾਂ ਰਿਟਾਇਰਮੈਂਟ, ਅਸੀਂ ਬੜੇ ਖੁੱਲ੍ਹ ਦਿਲੇ ਦੇ ਨਾਲ ਹਰੇਕ ਦੀ ਰਿਟਾਇਰਮੈਂਟ ਦੇ ਵਿੱਚ ਸ਼ਾਮਲ ਹੋਏ ਆ ਪਿਛਲੇ ਸਮੇਂ ਦੇ ਵਿੱਚ ਵੀ। ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਡੇ ਜਿਹੜੇ ਸਾਥੀ ਆ, ਜਿਹੜੇ ਵੀ ਸਾਥੀ ਸਾਡੇ ਸੀਨੀਅਰ ਸਾਥੀ ਅਸੀਂ ਰਿਟਾਇਰ ਹੋਣਾ, ਸਾਨੂੰ ਉਮੀਦ ਹੈ ਕਿ ਸਾਨੂੰ ਵਧੀਆ ਤਰੀਕੇ ਦੇ ਨਾਲ ਫੁੱਲਾਂ ਦੀਆਂ ਵਿਸ਼ਾਲਾਂ ਕਰਦੇ ਹੋਏ ਰਿਟਾਇਰ ਕਰਨਗੇ। ਸੋ ਇਹਨਾਂ ਦੋਨਾਂ ਪਰਿਵਾਰਾਂ ਨੂੰ ਇਸ ਸ਼ੁਭ ਮੌਕੇ ਦੇ ਉੱਤੇ ਬਹੁਤ ਬਹੁਤ ਵਧਾਈ। ਪ੍ਰਮਾਤਮਾ ਅੱਗੇ ਅਰਦਾਸ ਕਿ ਇਹਨਾਂ ਦੀ ਲੰਮੀ ਉਮਰ ਔਰ ਜੀਵਨ ਦੇ ਵਿੱਚ ਹੋਰ ਵੀ ਇਹਨਾਂ ਨੂੰ ਸਫਲ ਪੈਂਡਾ ਤੈਅ ਕਰਨ ਦਾ ਬਲ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਹੁਤ ਬਹੁਤ ਧੰਨਵਾਦ। ਸਾਡੇ ਵਿੱਚ ਸਾਡੀਆਂ ਬੇਟੀਆਂ, ਸਾਡੀਆਂ ਭੈਣੀਆਂ ਉਹ ਵੀ ਆਏ ਹੈ। ਸੋ ਮੈਂ ਚਾਹੂੰਗਾ ਸਾਡੇ ਲੇਡੀ ਸਟਾਫ ਵੱਲੋਂ ਡਾਕਟਰ ਸਤਰਾਜ ਕੌਰ, ਡਾਕਟਰ ਜਸਵੀਰ ਕੌਰ ਉਹ ਰਹਿ ਕਰਕੇ ਆ ਜਾਣ ਔਰ ਦੋ ਸ਼ਬਦ ਉਹ ਵੀ ਆਪਣੇ ਵੱਲੋਂ ਬੋਲਣ, ਜਿਹਨੇ ਆਉਣਾ ਆ ਜਾਣ। ਸੋ ਡਾਕਟਰ ਸਤਰਾਜ ਕੌਰ, ਕਿਉਂਕਿ ਇੱਕ ਸਮਾਂ ਹੀ ਹੈ। ਡਾਕਟਰ ਨਵਦੀਪ ਜੀ ਨੇ ਕਿਹਾ ਕਿ ਪਿਰਤ ਪਾਈ ਹੈ, ਇਹ ਪਿਰਤ ਰਹਿਣੀ ਚਾਹੀਦੀ। ਜੇ ਆਪਾਂ ਰੱਖਾਂਗੇ ਤਾਂ ਅਸੀਂ ਵੀ ਆਸ ਕਰ ਸਕਦੇ ਹਾਂ, ਤੇ ਜੇ ਅਸੀਂ ਲੱਤਾਂ ਖਿੱਚਣ ਲੱਗ ਜਾਵਾਂਗੇ ਤਾਂ ਸਾਨੂੰ ਕਿਸੇ ਨੇ ਵੀ ਪਾਰਟੀ ਦੇਣੀ
ਇਹ ਬਹੁਤ ਚੰਗੀ ਗੱਲ ਹੈ। ਕਈ ਵਾਰੀ ਐਵੇਂ ਨਿੱਕੇ ਮੋਟੇ ਇਸ਼ੂ ਜਿਹੇ ਬਣਾ ਕੇ ਉਹ ਆਪਾਂ ਗੱਲ ਖੜੀ ਕਰ ਲੈਂਦੇ ਆ, ਉਹ ਇਸ਼ੂ ਵੀ ਜਿਹੜੇ ਆ ਨਹੀਂ ਹੋਣੇ ਚਾਹੀਦੇ। ਸੋ ਮੈਂ ਬੇਨਤੀ ਕਰਦਾ ਹਾਂ ਡਾਕਟਰ ਸਰਦਾਰ ਕੋਲ। ਸਾਡੇ ਅੱਜ ਦੇ ਪਾਰਟੀ ਦੇ ਮੁੱਖ ਮਹਿਮਾਨ ਸਾਡੇ ਸੁਪਰਡੈਂਟ ਸਾਹਿਬ ਤੇ ਸਰਦਾਰ ਪਰਮਜੀਤ ਸਿੰਘ, ਸਾਡੇ ਚੀਫ ਐਗਰੀਕਲਚਰ ਆਫਿਸਰ ਬਲਵਿੰਦਰ ਸਿੰਘ ਜੀ ਤੇ ਚੀਫ ਐਗਰੀਕਲਚਰ ਆਫਿਸਰ ਫਿਰੋਜ਼ਪੁਰ ਤੋਂ ਡਾਕਟਰ ਹਰਦੀਪ ਸਿੰਘ ਜੀ ਤੇ ਸਾਰੇ ਮੇਰੇ ਸਾਥੀਓ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਭ ਤੋਂ ਪਹਿਲਾਂ ਜ਼ਿਆਦਾ ਵਰਡਸ ਤਾਂ ਮੈਂ ਨਹੀਂ ਕਹਿਣੇ ਹੈਗੇ, ਪਰ ਮੈਂ ਇੱਕ ਗੱਲ ਕਹਿਣੀ ਹੈ ਕਿ ਹਰ ਇੱਕ ਦਫ਼ਤਰ ਦੀ ਨਾ ਮਾਂ ਇੱਕ ਚੀਫ ਹੁੰਦਾ ਤੇ ਇੱਕ ਸੁਪਰਡੈਂਟ ਹੁੰਦਾ। ਆਪਾਂ ਜਿੰਨੀਆਂ ਮਰਜ਼ੀ ਗਲਤੀਆਂ ਕਰ ਲਈਏ, ਜਾਂ ਤਾਂ ਚੀਫ ਨੇ ਬਚਾਉਣਾ ਹੁੰਦਾ ਫਿਰ ਤੇ ਜਾਂ ਸੁਪਰਡੈਂਟ ਸਾਹਿਬ ਨੇ ਬਚਾਉਣਾ ਹੁੰਦਾ। ਸੋ ਸਾਡੇ ਸੁਪਰਡੈਂਟ ਸਾਹਿਬ ਬਹੁਤ ਹੀ ਮਾਈਲਡ ਪਰਸਨੈਲਿਟੀ, ਬਹੁਤ ਹੀ ਸਾਊ, ਕਿਉਂਕਿ ਮੇਰਾ ਦਫ਼ਤਰ ਬਿਲਕੁਲ ਸਾਹਮਣੇ ਇਹਨਾਂ ਦੇ ਦਫ਼ਤਰ ਦੇ, ਤਾਂ ਅਸੀਂ ਮਿਲਦੇ ਵੀ ਰਹਿੰਦੇ ਆ ਤੇ ਚਿੱਠੀ ਪੱਤਰ ਦੀ ਵੀ ਗੱਲਬਾਤ ਕਰਦੇ ਰਹਿੰਦੇ ਆ। ਇਹਨਾਂ ਨਾਲ ਕੰਮ ਕਰਕੇ ਬਹੁਤ ਹੀ ਵਧੀਆ ਲੱਗਿਆ ਤੇ ਬੋਲਦੇ ਹੀ ਨਹੀਂ ਹੈਗੇ ਜ਼ਿਆਦਾ, ਮਤਲਬ ਬਹੁਤ ਹੀ ਪਿਆਰਾ ਬੋਲਦੇ ਆ। ਸੋ ਉਹਨਾਂ ਨੂੰ ਮੈਂ ਆਪਣੇ ਵੱਲੋਂ ਬਹੁਤ ਵਧਾਈਆਂ ਦਿੰਦੀ ਹਾਂ ਕਿ ਰਿਟਾਇਰਮੈਂਟ ਉਹਨਾਂ ਦੀ ਬੜੀ ਟਾਈਮਲੀ ਤੇ ਵਧੀਆ ਹੋ ਰਹੀ ਹੈ। ਤੇ ਸਰਦਾਰ ਪਰਮਜੀਤ ਸਿੰਘ ਹੋਣਾ ਦੇ ਨਾਲ ਮੈਂ ਕਾਫੀ ਦੇਰ ਕੰਮ ਕੀਤਾ। ਉਹ ਮੋਗਾ 2 ਦੇ ਵਿੱਚ ਕੰਮ ਕਰਦੇ ਸੀ, ਮੈਂ ਵੀ ਮੋਗਾ 2 ਦੇ ਵਿੱਚ ਸੋਇਲ ਟੈਸਟਿੰਗ ਲੈਬ 'ਚ ਕੰਮ ਕਰਦੀ ਸੀ। ਅਸੀਂ ਸੋਇਲ ਟੈਸਟਿੰਗ ਦੇ ਬਹੁਤ ਕੈਂਪ ਲਾਉਂਦੇ ਸੀ ਪਿੰਡਾਂ 'ਚ ਜਾ ਕੇ। ਪਰਮਜੀਤ ਦੇ ਸਿਰ ਤੇ ਹੀ ਕੈਂਪ ਲਾਉਂਦੇ ਸੀ। ਮੋਗਾ 2 ਦੇ ਸਾਰੇ ਕੈਂਪ ਜਿੰਨੇ ਵੀ ਮੈਂ ਅੱਜ ਤੱਕ ਲਾਏ ਆ, ਉਹ ਸਾਰੇ ਪਰਮਜੀਤ ਦੇ ਸਿਰ ਤੇ ਹੀ ਲਾਏ ਆ। ਉਹਨਾਂ ਨੇ ਹੀ ਸਾਰਾ ਅਰੇਂਜਮੈਂਟ ਕਰਨਾ ਹੁੰਦਾ ਸੀ, ਕਿਉਂਕਿ ਸਾਡੇ ਪਾਣੀ ਟੈਸਟ ਕਰਨ ਦਾ ਕੰਮ ਅਸੀਂ ਔਨ ਦ ਸਪੌਟ ਕਰਦੇ ਸੀਗੇ ਤੇ ਪਾਣੀ ਦੇ ਸੈਂਪਲਾਂ ਦਾ ਵੀ ਪਹਿਲਾਂ ਹੀ ਸਾਡੇ ਜਾਣ ਤੋਂ ਪਹਿਲਾਂ ਸੈਂਪਲ ਲੈ ਕੇ ਰੱਖੇ ਹੋਣੇ, ਕਿਉਂਕਿ ਜ਼ਿਆਦਾ ਸਟਾਫ ਸਾਡੇ ਕੋਲ ਮੋਗਾ 2 ਬਲਾਕ ਵਿੱਚ ਹੈ ਨਹੀਂ ਸੀਗਾ। ਸੋ ਪਰਮਜੀਤ ਨੂੰ ਮੈਨੂੰ ਲੱਗਦਾ ਸਾਰਾ ਮੋਗਾ 2 ਬਲਾਕ ਬਹੁਤ ਅੱਛੀ ਤਰ੍ਹਾਂ ਜਾਣਦਾ ਹੋਣਾ ਤੇ ਮੈਨੂੰ ਲੱਗਦਾ ਹਾਲੇ ਵੀ ਉਹਨਾਂ ਨੂੰ ਕਈ ਸਾਲ ਲੋਕਾਂ ਨੇ ਇਹੀ ਪੁੱਛਦੇ ਹੀ ਰਹਿਣਾ ਵੀ ਹਾਂ ਪਰਮਜੀਤ ਕਿਹੜੀ ਚੀਜ਼ ਆਈ ਆ, ਸਬਸਿਡੀ ਤੇ ਕੀ ਆਇਆ, ਬੀ ਕਿਹੜਾ ਆਇਆ ਹੋਇਆ, ਨਵਾਂ ਬੀ ਕਿਹੜਾ। ਮੈਨੂੰ ਲੱਗਦਾ ਪਰਮਜੀਤ ਨੂੰ ਸਾਡਾ ਅਟੈਚ ਰਹਿਣਾ ਚਾਹੀਦਾ, ਕਿਉਂਕਿ ਕੰਮ ਤਾਂ ਉਹਨਾਂ ਦਾ ਚੱਲਦਾ ਰਹਿਣਾ ਰਿਗਾਰਡਿੰਗ ਐਗਰੀਕਲਚਰ। ਸੋ ਪਰਮਜੀਤ ਦੇ ਨਾਲ ਕੰਮ ਅਸੀਂ ਬਹੁਤ ਕਿੰਨੇ 10 ਸਾਲ ਅਸੀਂ ਘੱਟੋ ਘੱਟ ਅਸੀਂ ਇਕੱਠੇ ਕੰਮ ਕੀਤਾ ਹੋਇਆ ਤੇ ਉਹਦੇ ਅਸੀਂ ਕਈ ਵਾਰੀ ਲੜੇ ਵੀ ਆ, ਕਿਉਂਕਿ ਜਦ ਤੁਸੀਂ ਕੰਮ ਕਰਦੇ ਹੋ ਫਿਰ ਲੜਦੇ ਵੀ ਹੁੰਦੇ ਆ ਤੇ ਬਹੁਤ ਇੱਕ ਦੂਜੇ ਦੇ ਨਾਲ ਵੀ ਖੜੇ ਆ, ਥਾਂ ਤੇ ਖੜੇ ਆ। ਸੋ ਮੈਨੂੰ ਅੱਜ ਵਧੀਆ ਲੱਗ ਰਿਹਾ ਕਿ ਅਸੀਂ ਇਹ ਕੋਵਿਡ ਦੇ ਦੌਰਾਨ ਪਹਿਲਾਂ ਰਿਟਾਇਰ ਹੋਏ ਆ ਐਕਚੁਅਲੀ ਪਿਛਲੇ ਸਾਲ, ਪਰ ਸਾਡੇ ਦਿਮਾਗ ਸੀਗਾ ਸਾਰਿਆਂ ਦੇ ਕਿ ਸਾਹਿਬ ਦੇ ਦਿਮਾਗ 'ਚ ਵੀ ਬਹੁਤ ਜ਼ਿਆਦਾ ਸੀਗਾ ਕਿ ਆਪਾਂ ਪਰਮਜੀਤ ਸਿੰਘ ਨੂੰ ਪਾਰਟੀ ਕਰਨੀ ਆ। ਤੇ ਸੋ ਅੱਜ ਅਸੀਂ ਫਿਰ ਸਾਰਾ ਇਹ ਡਿਸੀਜਨ ਲਿਆ ਕਿ ਹਾਂ ਇਕੱਠਾ ਕਰ ਦਿਆਂਗੇ। ਸੋ ਮੇਰੇ ਵੱਲੋਂ ਪਰਮਜੀਤ ਸਾਰੇ ਪਰਿਵਾਰ ਨੂੰ ਬਹੁਤ ਵਧਾਈਆਂ ਜੀ। ਆਪਣੀ ਸਿਹਤ ਦਾ ਹੁਣ ਧਿਆਨ ਰੱਖੋ ਜੀ, ਦੋਨੋਂ ਸੁਪਰਡੈਂਟ ਸਾਹਿਬ ਤੁਸੀਂ ਵੀ, ਪਰਮਜੀਤ ਤੁਸੀਂ ਵੀ, ਤੇ ਜਦੋਂ ਮਰਜ਼ੀ ਸਾਡੇ ਦਫ਼ਤਰ ਆਓ, ਆਪਾਂ ਇੱਥੇ ਹੀ ਅਸੀਂ ਤਾਂ ਹਾਲੇ ਸਾਡੀਆਂ ਰਿਟਾਇਰਮੈਂਟ ਸਾਰੇ ਸਾਨੂੰ ਪਤਾ ਨਹੀਂ ਸਰਕਾਰ ਨੇ ਸਾਡੇ ਨਾਲ ਕੀ ਕਰਨੀ ਆ। ਸੋ ਧੰਨਵਾਦ ਜੀ ਸਾਰਿਆਂ ਦਾ। ਬਹੁਤ ਧੰਨਵਾਦ। ਇਹ ਜਿਹੜੇ ਬਲਾਕ ਦੀ ਗੱਲ ਕੀਤੀ ਹੈ ਨਾ, ਹੁਣ ਇਹ ਬਲਾਕ ਮੇਰੇ ਕੋਲੇ ਮੋਗਾ 2 ਅੱਜ ਆਪਾਂ ਰਿਟਾਇਰ ਵੀ ਕਰ ਰਹੇ ਹਾਂ ਤੇ ਜੇ ਚੀਫ ਸਾਹਿਬ ਕੋਈ ਫੰਡ ਫੁੰਡ ਹੈਗਾ ਤਾਂ ਆਪਾਂ ਦੁਬਾਰਾ ਜੁਆਇਨ ਕਰਾ ਲਈਏ। ਮੈਂ ਕਹਿੰਦਾ ਆਪਣੇ ਕੋਲੇ ਬੰਦੇ ਹੈ ਨਹੀਂ ਗਏ। ਜਿਹੜਾ ਸ਼ਾਮ ਦਾ ਕੋਈ ਖਰਚਾ ਤੇਲ ਪਾਣੀ ਦਾ ਉਹ ਮੈਂ ਆਪਣੀ ਜੇਬ ਤੋਂ ਦੇ ਦੂੰ ਤੇ ਮਾਨ ਸਨਮਾਨ ਵਾਲਾ ਜਿਹੜਾ ਹੈਗਾ ਤੁਸੀਂ ਖੱਲ ਕੁੰਜੇ ਚੋਂ ਕੱਢ ਲਓ। ਸੁਪਰਡੈਂਟ ਸਾਹਿਬ ਕੋਲੇ ਬੈਠੇ ਆ ਤੇ ਆਪਾਂ ਅੱਜ ਜੁਆਇਨਿੰਗ ਲੈਟਰ ਇਹਨਾਂ ਨੂੰ ਦੇ ਕੇ ਵੀ ਆਤਮਾ ਸਕੀਮ 'ਚ ਕੰਟਰੈਕਟ ਬੇਸ ਤੇ ਇਹਨਾਂ ਨੂੰ ਦੁਬਾਰਾ ਅੱਜ ਜੁਆਇਨ ਕਰਾ ਲਿਆ। ਹਾਂ ਤੇ ਤੁਸੀਂ ਸਰਦਾਰ ਪਰਮਜੀਤ ਸਿੰਘ ਜੀ ਮੇਰੇ ਕੋਲੇ ਆ ਹੀ ਜਾਣਾ ਉੱਥੇ, ਠੀਕ ਹੈ। ਸੋਮਵਾਰ ਤੋਂ ਸ਼ੁਰੂ ਕਰ ਦਿਓ ਤੇ ਆਪਾਂ ਜਿਹੜਾ ਅਗਲਾ ਕੰਮ ਛੋਲੇ ਬੀਜ ਦੇ ਹੁਣ ਵੱਢਣ ਵਾਲੇ ਹੋ ਗਏ ਆ ਤੇ ਉਹ ਜਿਹਾ ਕੰਮ ਪੂਰੀ ਰੱਖਾਂਗੇ। ਸੋ ਬਹੁਤ ਚੰਗੀ ਗੱਲ ਹੈ। ਅਸੀਂ ਤੁਹਾਡੀਆਂ ਸੇਵਾਵਾਂ ਦੀ ਜਿਹੜੀ ਹੈ ਜ਼ਰੂਰ ਲਵਾਂਗੇ ਤੁਹਾਡੇ ਕੋਲੋਂ। ਸੋ ਹੁਣ ਸਮਾਂ ਥੋੜਾ ਜਿਹਾ ਜ਼ਿਆਦਾ ਹੁੰਦਾ ਜਾਂਦਾ। ਚੀਫ ਐਗਰੀਕਲਚਰ ਅਫਸਰ ਸਾਹਿਬਾਨ ਇਹਨਾਂ ਨੇ ਮੀਟਿੰਗ ਤੇ ਜਾਣਾ ਹੈ ਔਰ ਜੇ ਤੁਹਾਡੀ ਸਾਰਿਆਂ ਦੀ ਤਾਂ ਮੈਂ
ਦਰਜਾ 4 ਕਲੈਰੀਕਲ ਸਟਾਫ, ਇੰਜੀਨੀਅਰਿੰਗ ਸਟਾਫ ਤੇ ਆਤਮਾ ਸਟਾਫ ਵੱਲੋਂ ਸਾਰਿਆਂ ਵੱਲੋਂ ਸਰਦਾਰ ਮਾਨਕ ਸਿੰਘ ਜੀ ਨੂੰ ਬੇਨਤੀ ਕਰਦਾ ਵੀ ਉਹ ਆਪਣੇ 4 ਸ਼ਬਦ ਜਿਹੜੇ ਆ ਉਹ ਆ ਕੇ ਕਹਿਣ। ਉਦੋਂ ਮੁੜ ਕੇ ਚੀਫ ਐਗਰੀਕਲਚਰ ਅਫਸਰ ਤੇ ਡਾਕਟਰ ਹਰਦੇਵ ਸਿੰਘ ਜੀ ਚੀਫ ਐਗਰੀਕਲਚਰ ਅਫਸਰ ਫਿਰੋਜ਼ਪੁਰ ਉਹ ਬੋਲਣਗੇ। बहुत ही सत्कारयोग मुख्य खेतीबाड़ी अफसर फिरोजपुर, अज की इस फेयरवेल पार्टी के मुख्य मेहमान साढ़े सुपरडेंट साहब सरदार परमजीत सिंह जी, उन्होंने नाल आए हुए उन्होंने परिवारक मैंबर, सज्जन स्नेही ते खेतीबाड़ी विभाग का समुचा स्टाफ, वाहिगुरू जी का खालसा वाहिगुरू जी की फतेह। जितों तक सुपरडेंट साहब जी का काम का करने के तरीकों बारे या उन्होंने लाइफ स्टाइल बारे मैं तो पहले सारे बारे में दसता। मेरा जितों तक इन्होंने मिल के तजर्बा भी बहुत ही नाइस परसनैलिटी, बहुत ही वधिया इंसान ने। इस तरह सरदार परमजीत सिंह नाल भी मेरा काफ़ी पिछले 20 सालों तो बाद ब्याह होया जी। सिमिलरली उन्होंने बड़ी आउट ऑफ द वे जाके भी कई बार परसनल काम भी सरकारी कामों में सहयोग दिता। अज इस फेयरवेल पार्टी से मैं दोहां ही परिवारों को बहुत बहुत मुबारक दिना ते परमात्मा अगे अरदास करदा भी हमेशा चढ़ती कला च रहन। बाकी इस पार्टी से मैनूं ना खुशी बहुत हुई। वो ये खुशी मैं पिछले 20 साल तो कहता सी भी बंदे दे ना 2 विआह होने चाहिए दोबारा। ते बराड़ साहब ने मोहर लाती। हुण मैनूं ये नहीं पता भी किहड़े हिसाब नाल लाई आ भी मेरा फंडा की सी की नहीं। इतों एक मतलब हासा मजाक भी होया ते इच्छा भी ज़ाहिर हुई आ ते बाकी कबीलदारी चली जानी आ। हसना भी चाहिए है। बाकी जिंदगी इदा ही वधिया चले हरेक की। इन्ना कुछ कहता होया मैं खिमा मंगदा। वाहिगुरू जी का खालसा वाहिगुरू जी की फतेह। सो बहुत बहुत धन्यवाद। हुण अपना मतलब समागम जिहड़ा अखीर दे पड़ावां ते है। सुपरडेंट साहब ने मैं बेनती की सी 2 शब्द तुसीं बोलिओ। वो कहते जी मेरे वालों धन्यवाद कर दो आप ही। सो उन्होंने वालों उन्होंने परिवार वालों उन्होंने धन्यवाद किया है समूह स्टाफ का, चीफ एग्रीकल्चर अफसर साहिबान का, और नाल ही उन्होंने बेनती की है भी 3 मार्च को 5 मार्च को उन्होंने पार्टी रखी है लुधियाने घरे लुधियाने। सो सारिਆਂ ਨੂੰ ਉੱਥੇ उन्होंने इनवाइट किया भी पहुँच के साड़ी पार्टी का जोड़ा है मान बढ़ाओ। और अभी सुपरडेंट साहब जरूर अभी पहुँचांगे। और फिर मैं सारे स्टाफ वालों आप जी तो आपके परिवार वालों भी जे साढ़े को किसी किस्म की कोई मतलब कहे गए अभी की नहीं गई तो फिर भी कोई कहे वे सख्त शब्द निकल गया हो तो असी आप जी तो हाथ जोड़ के इस गल की माफ़ी मंगते हैं। तुसीं उसनूं आपदे दिल के अंदर या दिमाग के लैके नहीं जाना, वो इत्थे ही छड्ड के जाना। सो मैं बेनती करूँगा हुण परमजीत सिंह जी नूं क्योंकि वो बोलते रहते हैं लीडर रहे हैं उन्होंने लीडर कैपेसिटी है तो वो 2 शब्द सीमित समय के साडे नाल साझे कर। अज के इस प्रोग्राम के मैं मुख्य खेतीबाड़ी अफसर डॉक्टर बलजिंदर सिंह जी बराड़ और समूह खेतीबाड़ी विभाग का बहुत बहुत धन्यवादी हाँ जिन्हों ने इन्ने देर बाद मैनू याद किया। जदों इस महकमे के विचों बंदा रिटायर होंदा वो रिटायरमेंट की तरीक जो आप महकमे के आने उस दिन ही लिखी जाती है भी इस तरीक में रिटायर होना उदों ना घंटा वध ना घट वो बंदा उस तरीक में रिटायर होना ही होना। सो असी तो आने भी जिस तरह असी रिटायरमेंट होए हाँ
महाराज हर एक बंदे नूं इसे तरह खुशी का दिन देवे, क्योंकि हालात जिहड़े आ हालात बहुत माड़े हो रहे हैं। हालातां दे मुताबिक मेरे वीरो चलना पऊगा। जदों असीं 90 दे विच आए सीगे, भर्ती होए सीगे, उदों 90 के हालात कुछ होर सीगे, हुण दे हालात कुछ होर आ। हुण तां जो काम इंटरनेट ते चलदा, असीं तां किस्मत वाले सीगे जिहड़े मौके ते आके मगरों मैनूं ये सारे काम करने पए। नैट भी सीखना पिया, सारा कुछ चलाउणा भी सीखना पिया, पर आउंदे जदों नूं दूजी तकनीक हुण गांह आउणी है, उदों नूं तुसीं भी इसे तरह सीखना पऊगा सारा कुछ। बाकी अपना ते जिमीदारां दा जिहड़ा 9 मास का रिश्ता हुंदा, जिमीदार दे नाल आपां 9 मास दे रिश्ते नाल चलना। जे आपां कोई जिमीदार वध घट भी बोलदा, ਉਹਨੂੰ ਸੁਣ ਲਓ, ਸੁਣ ਕੇ ਚੁੱਪ ਕਰ ਜਾਓ, ਉਹਦੇ ਨਾਲ ਬਹਿਸ ਨਾ ਕਰੋ, ਤਾਂ ਜੋ ਜ਼ਿਮੀਂਦਾਰ ਦੇ ਨਾਲ ਵਿਗਾੜ ਪਾਏ ਤੋਂ ਆਪਾਂ ਨੂੰ ਘਾਟਾ ਹੀ ਘਾਟਾ ਹੁੰਦਾ। ਸੋ ਜਿੰਨਾ ਵੀ ਜ਼ਿਮੀਂਦਾਰ ਦੇ ਨਾਲ ਮਿਲਾਪ ਦੇ ਨਾਲ ਚੱਲੋਗੇ ਉਨਾ ਹੀ ਥੋੜਾ ਆਪਾਂ ਨੂੰ ਜ਼ਿਮੀਂਦਾਰ ਨੇ ਸਾਥ ਹੀ ਦੇਣਾ। ਕਿਉਂਕਿ ਜੇ ਆਪਾਂ ਆਖੀਏ ਨਾ ਵੀ ਕੋਈ ਬਾਹਰੋਂ ਆ ਕੇ ਆਪਣੀ ਮਦਦ ਕਰੋ, ਬਾਹਰੋਂ ਨਹੀਂ ਕਰਨਾ, ਜੇ ਜ਼ਿਮੀਂਦਾਰ ਤੁਹਾਨੂੰ ਬਚਾਊਗਾ ਤੇ ਜ਼ਿਮੀਂਦਾਰ ਹੀ ਤੁਹਾਨੂੰ ਮਰਾਊਗਾ। ਸੋ ਮੇਰੇ ਵੱਲੋਂ ਸਾਰੇ ਸਟਾਫ ਨੂੰ, ਮੇਰੇ ਘਰੇ ਪ੍ਰੋਗਰਾਮ ਰੱਖਿਆ, ਸਾਰਾ ਸਟਾਫ ਉੱਥੇ ਹਾਜ਼ਰੀ ਲਵਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। बहुत बहुत धन्यवाद। ਹੁਣ मैं बेनती करना है मुख्य भाई जिले के इस पार्टी में चाहे वो 4 साल करना समझे। ਅੱਜ ਦੀ ਪਾਰਟੀ ਦੇ ਮੁੱਖ ਮਹਿਮਾਨ ਸਰਦਾਰ ਗੁਰਚਰਨ ਸਿੰਘ ਜੀ ਸੁਪਰਡੈਂਟ ਸਾਹਿਬ ਜੋ ਰਿਟਾਇਰ ਹੋ ਰਹੇ ਹਨ, ਅਤੇ ਸਰਦਾਰ ਪਰਮਜੀਤ ਸਿੰਘ ਜੀ ASI ਸਾਹਿਬਾਨ, ਉਹ ਵੀ ਅੱਜ ਵਿਦਾਇਗੀ ਸਮਾਰੋਹ ਆਪਾਂ ਨੂੰ ਕਰ ਰਹੇ ਹਾਂ। ਇਸ ਵਕਤ ਤੇ ਮੰਚ ਤੇ ਬੈਠੇ ਹੋਏ ਡਾਕਟਰ ਬਲਵਿੰਦਰ ਸਿੰਘ ਜੀ ਮੁੱਖ ਖੇਤੀਬਾੜੀ ਅਫਸਰ ਮੋਗਾ, ਤੇ ਸਮਾਗਮ ਵਿੱਚ ਸ਼ਾਮਲ ਖੇਤੀਬਾੜੀ ਅਫਸਰ ਸਾਹਿਬਾਨ, ADO ਸਾਹਿਬਾਨ, ਆਤਮਾ ਸਟਾਫ ਅਤੇ ਰਿਟਾਇਰ ਹੋ ਰਹੇ ਕਰਮਚਾਰੀ ਦੇ ਨਾਲ ਪਰਿਵਾਰ ਦਾ ਬਹੁਤ ਬਹੁਤ ਜੀ ਆਇਆਂ ਕਰਨਾ ਹੈ। ਜਿੱਥੋਂ ਤੱਕ ਸਰਦਾਰ ਗੁਰਚਰਨ ਸਿੰਘ ਉਹਨਾਂ ਦੀ ਗੱਲ ਆ, ਇਹਨਾਂ ਨਾਲ ਸਾਡਾ ਕਾਫੀ ਚਿਰ ਤੋਂ ਮਤਲਬ ਆ ਰਿਹਾ ਹੈਗਾ। ਬਹੁਤ ਜਿਵੇਂ ਇਹਨਾਂ ਨੂੰ ਰੂਲ ਮਿਲ ਕੇ ਰੂਲ ਜਿੰਨੇ ਰੂਲ ਇਹਨਾਂ ਨੂੰ ਪਤਾ ਹੋਰ ਕਿਸੇ ਨੂੰ ਨਹੀਂ ਪਤਾ। ਆਮ ਕਰਕੇ ਦਫ਼ਤਰਾਂ ਵਿੱਚ ਸੁਪਰਡੈਂਟ ਨੂੰ ਦਫ਼ਤਰ ਦੀ ਮਾਂ ਕਿਹਾ ਜਾਂਦਾ। ਮੈਂ ਤਾਂ ਇਹ ਕਹਿੰਦਾ ਵੀ ਇਹ ਮਾਂ ਦੇ ਨਾਲ ਨਾਲ ਜਿੰਨੇ ਵੀ ਪੰਜਾਬ ਦੇ ਸੁਪਰਡੈਂਟ ਆ ਉਹਨਾਂ ਦੇ ਪਿਓ ਨੇ, ਕਿਉਂਕਿ ਇਹਨਾਂ ਹਰੇਕ ਗੱਲ ਇਹਨਾਂ ਤੋਂ ਪੁੱਛ ਕੇ ਹਰੇਕ ਜ਼ਿਲ੍ਹੇ ਦੇ ਸੁਪਰਡੈਂਟ ਆ ਜਾਂ ਹੋਰ ਸੀਨੀਅਰ ਅਧਿਕਾਰੀ ਉਹ ਪੁੱਛ ਕੇ ਕਰਦੇ ਆ। ਹਰੇਕ ਕਿਸੇ ਕੋਈ ਸਲਾਹ ਲੈਣੀ ਆ, ਇਹਨਾਂ ਦੀ ਹਮੇਸ਼ਾ ਸਲਾਹ ਲਈ ਜਾਂਦੀ ਹੈ। ਇਹਨਾਂ ਦਾ ਸੁਭਾਅ ਕੰਮ ਕਰਨਾ ਬਹੁਤ ਮਤਲਬ ਜਦੋਂ ਮਾੜੀ ਜਿਹੀ ਗੱਲ ਕਹੋ ਉਦੋਂ ਨਾਲ ਹੀ ਕੰਮ ਤਿਆਰ ਕਰ ਦਿੰਦੇ ਆ। ਇਸ ਤੋਂ ਇਲਾਵਾ ਅੱਜ ਜੋ ਆਪਣੇ ASI ਦਾ ਪਰਮਜੀਤ ਸਿੰਘ ਰਿਟਾਇਰ ਹੋਏ ਆ, ਚਲੋ ਇਹ ਬਤੌਰ ਬੇਲਦਾਰ ਮਹਿਕਮੇ ਭਰਤੀ ਹੋ ਕੇ ਹੌਲੀ ਹੌਲੀ ASI ਬਣੇ ਆ। ਇਹ ਜਿਹੜੇ ਬੇਲਦਾਰ ਦਾ ਰਿਸ਼ਤਾ ਹੁੰਦਾ ਕਿਸਾਨਾਂ ਨਾਲ ਸਿੱਧਾ ਰਿਸ਼ਤਾ ਹੁੰਦਾ। ਆਮ ਕਿਉਂਕਿ ਜ਼ਮੀਨੀ ਪੱਧਰ ਤੇ ਜੋ ਵੀ ਆਪਾਂ ਕਿਸਾਨੀ ਨਾਲ ਟੱਚ ਆ, ਕਲਾਸ ਹੋਰ ਹੀ ਹੁੰਦਾ ਜ਼ਿਆਦਾ, ਉਹਦੇ ਤੋਂ ਉਸ ਤੋਂ ਬਿਨਾਂ ਆਪਣਾ ਸਟਾਫ ਵੀ ਕੰਮ ਨਹੀਂ ਕਰ ਸਕਦਾ। ਚਲੋ ਇਹ ਤਾਂ ਮੈਨੂੰ ਪਤਾ ਲੱਗਾ ਇਹਨਾਂ ਬਹੁਤ ਲੀਡਰ ਉਹਨਾਂ ਦੀਆਂ ਕੋਈ ਕੁਆਲਿਟੀਆਂ ਹੈਗੀਆਂ ਅਤੇ ਕਿਸਾਨਾਂ ਨਾਲ ਤਾਂ ਕੰਟੈਕਟ ਹੈ ਹੀ ਹੈ। ਅਤੇ ਉਹਨਾਂ ਨੂੰ ਮੈਂ ਬਹੁਤ ਬਹੁਤ ਵਧਾਈ ਦਿੰਦਾ ਰਿਟਾਇਰਮੈਂਟ 'ਤੇ, ਅਤੇ ਦੋਨਾਂ ਪਰਿਵਾਰਾਂ ਨੂੰ ਵਧਾਈ ਦਿੰਦਾ ਇਸ ਮੌਕੇ 'ਤੇ, ਅਤੇ ਦੋਨਾਂ ਦੀ ਸਿਹਤ ਦਾ ਮੈਂ ਸਿਹਤ ਬਾਰੇ ਅਰਦਾਸ ਕਰਦਾ ਹੋਇਆ ਪਰਮਾਤਮਾ ਕਰਦਾ ਕਿ ਆਪਣੇ ਅਗਾਂਹ ਆਉਣ ਵਾਲੇ ਸਮੇਂ ਵਿੱਚ ਪਰਿਵਾਰ ਦੇ ਨਾਲ ਨਾਲ ਆਪਣੇ ਸਮਾਜ ਦੀ ਵੀ ਸੇਵਾ ਕਰਨਗੇ। ਬਹੁਤ ਬਹੁਤ ਧੰਨਵਾਦ। ਬਹੁਤ ਧੰਨਵਾਦ ਜੀ। ਜਿਵੇਂ ਸੁਪਰਡੈਂਟ ਵਾਲੀ ਪੋਸਟ ਦੀ ਅਹਿਮੀਅਤ ਬਾਰੇ ਦੱਸਿਆ ਹੈ, ਇਹ 'ਚ ਕੋਈ ਸ਼ੱਕ ਨਹੀਂ। ਮੈਂ ਇੱਕ ਸਿਲੈਕਸ਼ਨ ਕਰਾਈ ਸੀ ਅਵਤਾਰ ਸਿੰਘ ਬਰਾੜ, ਉਦੋਂ ਐਜੂਕੇਸ਼ਨ ਮਿਨਿਸਟਰ ਸਨ, ਤੇ ਟੀਚਰ ਲਵਾਇਆ ਸੀ। ਉਹ ਟੀਚਰ ਸਾਬਕਾ ਫੌਜੀਆਂ ਦੀ ਲੜਕੀ ਸੀ। ਆਰਡਰ ਹੋ ਗਏ ਤੇ ਜਦੋਂ ਗਾਂਹ ਇੰਡੋਰਸਮੈਂਟ ਕਰਕੇ ਸੁਪਰਡੈਂਟ ਨੇ ਬਣਾਉਣੇ ਸੀ ਤਾਂ ਉਹ ਕਹਿੰਦਾ ਵੀ ਕੋਈ ਨਹੀਂ, ਬਹਿ ਜਾ, ਤੈਨੂੰ ਸ਼ਾਮ ਨੂੰ ਦੇ ਦਿੰਦੇ। ਉਹ ਬੰਦਾ ਕਾਹਲਾ ਸੀਗਾ,
ਉਹ ਫੇਰ ਗਿਆ, ਉਹ ਕਹਿੰਦਾ ਯਾਰ ਬਹਿ ਜਾ, ਕੋਈ ਨਹੀਂ, ਸਾਨੂੰ ਮਾੜਾ ਮੋਟਾ ਕੰਮ ਕਰ ਲੈਂਦੇ, ਤੈਨੂੰ ਦੇ ਦਿੰਦੇ ਆ। ਮਾੜਾ ਜਿਹਾ ਉਹਨੂੰ ਹਿੰਟ ਦਿੱਤਾ ਵੀ ਸ਼ਾਮ ਨੂੰ ਫਿਰ ਪਾਰਟੀ ਪੂਰਟੀ ਉਹ ਕਿੱਥੇ ਕਰਨੀ ਸਾਨੂੰ ਦੱਸ ਸੁਪਰਡੈਂਟ ਨੇ। ਉਹ ਉਹਦੇ ਗਲ ਪੈ ਗਿਆ, ਕਹਿੰਦਾ ਯਾਰ ਮੈਨੂੰ ਤੂੰ ਜਾਂ ਜੇ ਨਹੀਂ ਕਹਿੰਦੇ ਤਾਂ ਜਵਾਬ ਦੇ, ਉਸ ਜਾਂ ਆਰਡਰ ਫੜਾ ਜਾਂ ਜਵਾਬ ਦੇ। ਉਹਨੇ ਫਿਰ ਉੱਤੇ ਇੱਕ ਲਾਈਨ ਲਿਖੀ ਕਿ ਕੀ ਵਿਆਹੀ ਹੋਈ ਲੜਕੀ ਸਾਬਕਾ ਫੌਜੀ ਦਾ ਬੈਨੀਫਿਟ ਲੈ ਸਕਦੀ ਹੈ। ਉਹ ਲੈ ਕੇ ਉਹਨੂੰ ਫੜਾਤੀ, ਕਾਪੀ ਉਹ ਕਰਤੀ ਉਹ ਡੀਜੀ ਚੰਡੀਗੜ੍ਹ ਨੂੰ। ਸੁਪਰੀਮ ਕੋਰਟ ਤੋਂ ਵੀ ਉਹ ਲਾਈਨ ਟੁੱਟੀ, ਸੁਪਰੀਮ ਕੋਰਟ ਤੋਂ ਵੀ ਕੇਸ ਹਾਰ ਗਿਆ। ਉਹ ਇੱਕ ਸੁਪਰਡੈਂਟ ਦੀ ਲਾਈਨ ਲਿਖੀ ਸੀ ਤੇ ਉਹ ਗੱਲ ਲਿਖੀ ਇਸ ਕਰਕੇ ਗਈ ਵੀ ਉਹ ਜਦ ਕਰਕੇ ਬਹਿ ਗਿਆ ਸੁਪਰਡੈਂਟ ਨਾਲ। ਸੋ ਬਹੁਤ ਅਹਿਮੀਅਤ ਹੈ, ਤਾਂ ਹੀ ਉਹ ਮਾਂ ਕਹਿੰਦੇ ਆ ਵੀ ਸੁਪਰਡੈਂਟ ਦਫ਼ਤਰ ਦੀ ਮਾਂ ਆਹੀ ਗੱਲ ਹੈ। ਸੋ ਅਖੀਰ ਤੇ ਮੈਂ ਬੇਨਤੀ ਕਰੂੰਗਾ ਸਾਡੇ ਮੁੱਖ ਖੇਤੀਬਾੜੀ ਅਫਸਰ ਡਾਕਟਰ ਬਲਵਿੰਦਰ ਸਿੰਘ ਜੀ, ਬਹੁਤ ਨਿਹਾਇਤ ਸ਼ਰੀਫ। ਇਸ ਤੋਂ ਪਹਿਲਾਂ ਇਹਨਾਂ ਦੀ ਵੀ ਰਿਟਾਇਰਮੈਂਟ ਇਸੇ ਸਾਲ ਹੈ, ਡਾਕਟਰ ਜਰਨੈਲ ਸਿੰਘ ਜੀ ਦੀ ਵੀ ਇਸੇ ਸਾਲ ਹੈ। ਹੋਰ ਵੀ ਮੇਰਾ ਖਿਆਲ ਹੋਊਗੀ, ਜਿਵੇਂ ਡਾਕਟਰ ਨਵਦੀਪ ਕਹਿੰਦੇ ਆ ਵੀ ਫੁੱਲਾਂ ਦੀ ਵਿਛਾੜ ਕਰਦੇ ਜਾਵਾਂਗੇ। ਉਹ ਸਾਡੇ ਮਨ ਦੀ ਇੱਛਾ ਹੈ ਵੀ ਅਸੀਂ ਜ਼ਰੂਰ ਇਹਨਾਂ ਨੂੰ ਲੰਡੇ ਦੇ ਇਹਨਾਂ ਨੂੰ ਜਗਰਾਉਂ ਛੱਡ ਕੇ ਆਵਾਂਗੇ। ਬਾਕੀ ਸਮਾਂ ਜਿਹੜਾ ਉਹ ਪਰਮਾਤਮਾ ਦੇ ਹੱਥ 'ਚ ਹੈ। ਬੜੀ ਕਾਬਲੀਅਤ ਦੇ ਨਾਲ ਇਹ ਸਾਡੇ ਜ਼ਿਲ੍ਹੇ ਨੂੰ ਚਲਾ ਰਹੇ ਆ। ਕਿਸੇ ਨੇ ਕਿੱਧਰੋਂ ਉਂਗਲ ਲਾਤੀ, ਕਿਸੇ ਨੇ ਕਿੱਧਰੋਂ ਲਾਤੀ, ਕਿਸੇ ਨੂੰ ਮਾੜਾ ਕਹਿਤਾ, ਕਿਸੇ ਨੂੰ ਉਸ ਨੂੰ ਕਹਿਤਾ। ਸਾਰੀਆਂ ਗੱਲਾਂ ਨੂੰ ਇਹ ਆਪਦੇ ਇੱਕ ਮਤਲਬ ਕੰਟਰੋਲ ਕਰਕੇ ਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ। ਮੈਂ ਕਹਿੰਦਾ ਇਹਨਾਂ ਨੇ ਬਹੁਤ ਵੱਡਾ ਇਹਨਾਂ ਦੇ ਹਿੱਸੇ ਆਈ ਹੈ ਇਹ ਗੱਲ। ਸੋ ਇਹਨਾਂ ਨੂੰ ਬੇਨਤੀ ਹੈ ਵੀ ਇਹ ਚਾਰ ਸ਼ਬਦ ਆਪਣੇ ਸਾਡੇ ਨਾਲ ਸਾਂਝੇ ਕਰਨ। ਅੱਜ ਦੀ ਵਿਦਾਇਗੀ ਪਾਰਟੀ ਦੇ ਮੁੱਖ ਮਹਿਮਾਨ ਸਰਦਾਰ ਪਰਮਜੀਤ ਸਿੰਘ ਅਤੇ ਸਰਦਾਰ ਗੁਰਚਰਨ ਸਿੰਘ ਅਤੇ ਮੇਰੇ ਮਹਿਕਮੇ ਦੇ ਅਧਿਕਾਰੀ ਕਰਮਚਾਰੀ ਤੇ ਬਾਕੀ ਸਾਰਾ ਸਟਾਫ, ਪਹਿਲਾਂ ਆਪਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਪਰਮਜੀਤ ਸਿੰਘ ਜਦੋਂ ਮੈਂ ਇੱਥੇ ਜੁਆਇਨ ਕੀਤਾ, ਪਹਿਲਾਂ ਮੌਕੇ ਮੈਂ ਰਿਹਾ, ਉਦੋਂ ਉਦੋਂ ਸ਼ਾਇਦ ਵਾਘੇ ਪੁਰਾਣੇ ਹੁੰਦੇ ਸੀ। ਇਹਨਾਂ ਦੇ ਕੰਮ ਬਾਰੇ ਇੰਨਾ ਇਹਨਾਂ ਨੇ ਕੰਮ ਮਹਿਕਮੇ ਪ੍ਰਤੀ ਸਮਰਪਿਤ ਹੋ ਕੇ ਕੀਤਾ ਵੀ ਆਪਾਂ ਨੂੰ ਇਹਨਾਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਵੀ ਆਪਾਂ ਮਹਿਕਮੇ ਪ੍ਰਤੀ ਇੰਨੇ ਸਮਰਪਿਤ ਹੋਈਏ, ਕਿਉਂਕਿ ਜਿੱਥੇ ਆਪਾਂ ਨੂੰ ਸਰਕਾਰ ਤਨਖਾਹਾਂ ਦਿੰਦੀ ਆ, ਇਸ ਬੰਦੇ ਨੇ ਤਨਖਾਹ ਦਾ ਮੁੱਲ ਮੋੜਿਆ। ਮੈਂ ਸਾਰੇ ਸਮੂਹ ਸਟਾਫ ਵਿੱਚ ਕਹਿਣਾ ਚਾਹੁੰਦਾ ਵੀ ਇਸ ਬੰਦੇ ਨੇ ਇੰਨੀ ਤਨਦੇਹੀ ਨਾਲ ਸਰਵਿਸ ਕੀਤੀ ਆ, ਆਪਾਂ ਨੂੰ ਇਹਨਾਂ ਤੋਂ ਇਹ ਸਿੱਖਣਾ ਚਾਹੀਦਾ। ਦੂਜੀ ਗੱਲ ਹੈ ਗੁਰਚਰਨ ਸਿੰਘ ਦੇ ਨਾਲ ਸਾਡਾ ਲੁਧਿਆਣੇ ਦੇ ਵਿੱਚ ਤਕਰੀਬਨ ਸਾਰੀ ਸਰਵਿਸ ਮੇਰੀ ਲੁਧਿਆਣੇ ਦੀ ਗਿਆ। ਗੁਰਚਰਨ ਸਿੰਘ ਵੀ ਉੱਥੇ ਬਤੌਰ ਪਹਿਲਾਂ ਕਲਰਕ ਸੀ, ਉਸ ਤੋਂ ਬਾਅਦ ਇਹ ਸੀਨੀਅਰ ਸਹਾਇਕ ਬਣੇ, ਫਿਰ ਸੁਪਰਡੈਂਟ ਬਣ ਕੇ ਜਿੱਦਣ ਇਹਨਾਂ ਦੇ ਸੁਪਰਡੈਂਟ ਆਰਡਰ ਹੋਣੇ ਸੀ, ਇਹਨਾਂ ਦੇ ਆਰਡਰ ਲੁਧਿਆਣੇ ਹੋਣੇ ਸੀ ਤੇ ਉਹ ਲੁਧਿਆਣੇ ਚਲੋ ਕੋਈ ਨਹੀਂ ਹੋ ਸਕੇ। ਫਿਰ ਡਾਇਰੈਕਟਰ ਸਾਹਿਬ ਨੂੰ ਮੈਂ ਕਿਹਾ ਵੀ ਚਲੋ ਮੋਗੇ ਮੈਂ ਹੈਗਾ ਜੀ, ਮੈਨੂੰ ਮੇਰੇ ਨਾਲ ਇਹਨਾਂ ਦਾ ਬਹੁਤ ਚੰਗਾ ਵਿਹਾਰ ਆ ਵੀ ਮੇਰੇ ਕੋਲ ਇੱਥੇ ਮੋਗੇ ਕਰ ਦਿਓ। ਚਲੋ ਮੋਗੇ ਇਹਨਾਂ ਦੇ ਆਰਡਰ ਹੋ ਗਏ, ਬੜਾ ਵਧੀਆ, ਇਹਨਾਂ ਨੂੰ ਵੀ ਖੁਸ਼ੀ ਸੀ, ਮੈਨੂੰ ਵੀ ਸੀ ਵੀ ਚਲੋ ਅਸੀਂ ਲੁਧਿਆਣੇ ਜ਼ਿਲ੍ਹੇ ਦੇ ਇਕੱਠੇ ਹੋ ਗਏ। ਬੜਾ ਵਧੀਆ ਇੱਥੇ ਕੰਮ ਇਹਨਾਂ ਨੇ ਚਲਾਇਆ। ਲੁਧਿਆਣੇ ਦਾ ਤੁਹਾਨੂੰ ਮੈਂ ਇਹਨਾਂ ਦੱਸਦਾ ਵੀ ਕੰਮ ਪ੍ਰਤੀ ਤਾਂ ਇੰਨੇ ਮਾਹਰ ਆ ਵੀ ਮੇਰਾ ਖਿਆਲ ਵੀ ਨਹੀਂ ਕੋਈ ਹੋਣਾ। ਇੱਕ ਦਿਨ ਬੇਅੰਤ ਸਿੰਘ ਦੇ ਬੇਟੇ, ਮੈਂ ਉੱਥੇ ਲੁਧਿਆਣੇ ਜਦੋਂ ਮੈਂ ਜੁਆਇਨ ਕੀਤਾ ਚੀਫ ਐਗਰੀਕਲਚਰ ਅਫਸਰ, ਉਹ ਉੱਥੇ ਆਏ, ਨਾਲ ਉਹਨਾਂ ਦੇ ਪੋਸਟ ਸੀ ਪੂਰੀ, ਉਹ ਮੇਰੇ ਕੋਲ ਦਫ਼ਤਰ ਆ ਗਏ। ਦਫ਼ਤਰ ਆ ਕੇ ਮੈਂ ਕਿਹਾ ਵੀ ਸ਼ਾਇਦ ਕੋਈ ਕੰਮ, ਉਹ ਕਹਿੰਦੇ ਜੀ ਗੁਰਚਰਨ ਸਿੰਘ ਨੂੰ ਮਿਲਣਾ। ਮੈਂ ਕਿਹਾ ਕੋਈ ਗੱਲ ਨਹੀਂ, ਤੁਸੀਂ ਚਾਹ ਪੀਓ, ਆਪਾਂ ਗੁਰਚਰਨ ਸਿੰਘ ਨੂੰ ਥੱਲੇ ਬੁਲਾ ਲੈਂਦੇ। ਉਹ ਕਹਿੰਦੇ ਨਹੀਂ, ਮੈਂ ਗੁਰਚਰਨ ਸਿੰਘ ਨੂੰ ਉੱਪਰ ਆ ਮਿਲ ਕੇ ਉਹਨਾਂ ਜਿੰਨਾ ਏਰੀਆ ਪੁਰਾਣਿਆਂ ਦਾ ਸਾਰਿਆਂ ਦਾ ਸਣੇ ਤੇਜ ਪ੍ਰਕਾਰ ਦਾ ਸਾਰਾ ਗੁਰਚਰਨ ਸਿੰਘ ਨੇ ਕਢਾ ਕੇ ਦਿੱਤਾ। ਆਪਣੇ ਆਪ ਜਿਹੜਾ ਗ੍ਰੇਡ ਜਦੋਂ ਆਪਣੇ ਰਿਵਾਈਜ਼ ਹੋਇਆ, ਸਭ ਤੋਂ ਪਹਿਲਾਂ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਇਹਨਾਂ ਨੇ ਏਰੀਆ ਜਿੰਨਾ ਵੀ ਸੀ ਆਪ ਪੇਲ ਲੈ ਕੇ ਸਾਰਾ ਕਢਾ ਕੇ ਦਿੱਤਾ। ਇਸ ਲਈ ਮੈਂ ਦੋਹਾਂ ਪਰਿਵਾਰਾਂ ਨੂੰ ਬਹੁਤ ਵਧਾਈ ਦਿੰਦਾ ਅਤੇ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਕਿ ਪ੍ਰਮਾਤਮਾ ਇਹਨਾਂ ਦੋਹਾਂ ਪਰਿਵਾਰਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਅਤੇ ਆਉਣ ਵਾਲਾ ਸਮਾਂ ਇਹਨਾਂ ਲਈ ਪੂਰਾ ਵਧੀਆ ਹੋਵੇ। ਧੰਨਵਾਦ। ਬਹੁਤ ਬਹੁਤ ਧੰਨਵਾਦ। ਹੁਣ ਮੈਂ ਬੇਨਤੀ ਕਰੂੰਗਾ
कि साडे स्टाफ वालों एक मान सम्मान जिहड़ा है वो किया जाना है। सब तो पहला साडे स्टूडेंट साहब सरदार गुरचरण सिंह जी ते उन्हां दे मैसेज वो इधर स्टेज पे आ जान और जो भी गिफ्ट साडे वालों महकमे वालों जां कोई निजी तौर पर लैके आए है वो इन्हां नूं हुणे ही आपां सपुर्द करना और भैन जियां नूं शॉल दे के साडे लेडीज डॉक्टर साहबान ते बाकी स्टाफ सारा वो आ जान। पीछे कर लो बाबा जानी हो हाँ पीछे कर लेने बाबा जानी हो शॉल लेके साढ़े भैनियों को सम्मानित किया जा रहा है। खोल के दो सवार के सरकार रिटायर होंदा ते भावें साडा दर्जा 4 कोई 4 अधिकारी रिटायर होंदा है। मान सम्मान साडे वालों इक्को जिहा बनदा दिता जांदा है। सो बड़ी वधिया गल है। ठीक है जी लियाओ जी होर अगे पर्सनल साडे वाघा पुराना प्लाट तो आजो जी ने लैके आंदा मोगा 2 ब्लॉक भी लैके आए सी। डॉक्टर साहब सामने देख अखा बंद जी। ठीक है जी वो 5 मिनट नहीं होंदा वो ज्यादा वैल्यू बहुत पै जाती है जां फिर जमा ही हो मैडम नाल हो जाओ जी थोड़ा सामने देखो देखिए मैडम ठीक है बहुत बहुत धन्यवाद जी। आजो बाका प्रणाम आइनु कर लो उधर थोड़ा थोड़ा खोल लो भाई पीछे हो जाओ। मैं तो लाउंदे नहीं ना रौला ताए है सामने देखियो साडे भाई दवा बचाने आ जाओ। इधर सामने ठीक है जी आओ मौका 2 जी मौका 2 सामने देखो डॉक्टर सो हुण होर अगे आत्मा स्टाफ वालों टीम लीडर आजो 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 थोड़ा मगर हो नेड़े हो भाजी मगर ठीक है इधर सामने आओ जी मिनिस्टर स्टाफ साढ़े हैप्पी जी धन्यवाद। आओ जी
ਜਾਓ ਜੀ, ਪਾਸੇ ਆ ਜਾਓ। ਇੱਥੋਂ ਸਾਡੇ ਸਟਾਫ ਦੇ ਨਾਲ ਜਾਂ ਬਾਕੀਆਂ ਨਾਲ ਪਿਆਰ ਭਾਵਨਾ ਦਾ ਪਤਾ ਲੱਗਦਾ ਵੀ ਕਿੰਨਾ ਕੁ ਉਤਸ਼ਾਹ ਹੈ। और जिवें विआह सगन पाउण वाले भी ऐ लाइन लगी पई है, स्टूडेंट साहब नूं गिफ्ट देने वाले भी तो बहुत वधिया है। हुण रिटायर नूं देण लगे है गिफ्ट। परमजीत सिंह ते साडे माता जी भैन जी वो लैके आए हैं। साडा इत्थों प्रेसिडेंट स्टाफ सरदार बलवीर सिंह जी, चीफ एग्रीकल्चर अफसर साहिबान, ਤੁਸੀਂ ਮਾੜੇ ਮਗਰ ਨਾਲ ਹੋ ਜਾਓ सर थोड़ा ही आगे आगे बस माड़े जाके आओ, माड़े जाके आओ। चलो सामने देखियो जी। ठीक है सर एक मिनट वेट सर नाल हो जाओ, सर नाल हो जाओ। हाँ जी इधर सामने। ठीक है ओके। आप मुंडे वाल देखो। डॉक्टर नवदीप सिंह जी कहते हैं कि ये पार्टी डॉक्टर और रिशपाल सिंह सानू असीं तुहानूं दस के लिआओ क्योंकि गांह तो फिर असीं इहो जी हाल लिआया करांगे। सामने देखो इधर देखो सामने। 5 के बाद मुड़ के मूँह लुक जाएगा तो वधिया गल आ गई। इधर सामने जो साढ़े विआह होए सी ना उदों जे पाए जी फिर जे उदों भी नहीं सीगे, थोड़े मोटे मोटे जे पाए सीगे। डॉक्टर साहब की ब्याह की फीलिंग कुछ ज्यादा उभरती लगती है, मैनू घरे जाना पैना अज। चलो हुण मैं बेनती करूँगा परमजीत सिंह ते उन्हां दे मैसेज पहला आओ जी चीफ साहब मोमेंटो, उस तरह सारा समूह स्टाफ अपना थोड़ा जहा क्विकली आपां निबेड़ के काम। मान साहब आ जाओ जी। चलो आ दे दिए जी। डॉक्टर साहब सुंदर जी हाँ जी इधर सामने। इधर सामने इधर सामने ना तो जी इधर सामने में ठीक है। सर नाल हो जी थोड़े फोटो इधर सामने सर इधर सामने ठीक है एक मिनट।
ਜਿਹਦੇ ਸਾਹਮਣੇ ਓਕੇ ਠੀਕ ਹੈ ਜੀ ਤੁਸੀਂ सामने ठीक है हेलो बागा पुराना बाकी मोगा टू और चाह पानी वाली जी टीम है वो भी लियाओ तो आप शुरू बता दीजिए पिछले बताई तो लियाओ चाह पानी कितने सामने देखियो जी हाँ जी इधर सामने सामने देखियो जी ठीक है आओ अग्नि की आत्मा वो जी जगह दो सामने देखो जी सामने ठीक है पीछे कर जी वेट इधर सामने इधर सामने सर सामने देखो और जो कोई है पर्सनल गिफ्ट तो दे दियो और उस तो बाद साडा चाह पानी लैन का प्रोग्राम है वो चल पिया बहुत बढ़िया सारिਆਂ ਦਾ जिन्हों ने पार्टिसिपेशन की और विशेष तौर पर गिफ्ट लैके आए उन्होंने सारिਆਂ का धन्यवाद समुचे दोनों परिवारों का साढ़े माता जी और साढ़े चीफ एग्रीकल्चर अफसर फिरोजपुर लुधियाना फिरोजपुर से मोगा और सारे का बहुत बहुत धन्यवाद
ਵੀਰੇ ਹੱਥ ਲਗਾ ਲਓ ਮੜਾ ਰਿੰਗ ਵੀਰੇ ਹੱਥ ਲਗਾ ਲਓ ਰਿੰਗ ਵੀਰੇ ਦੇ ਸਾਹਮਣੇ ठीक है सामने देखिए ठीक है इधर सामने अभी सामने इधर ठीक है
ਨਾੜ ਦੇ ਇਕੱਠੇ ਸਹੀ ਗੱਲ ਨਵੇਂ ਇਕੱਠੇ ਰਹੋ ਤੁਸੀਂ ਨਾਲ ਤੈਨੂੰ ਕੀ ਆ ਪਾਏ ਨੂੰ ਲੈ ਤੂੰ ਬਾਹਰ ਵਿਚਾਲੇ ਆ ਜਾ ਫੋਟੋ ਉਹ ਬਾਹਰ ਚਲਾ ਦੇ ਕੋਈ ਦਿੱਲੀ ਸਾਈਡ ਆ ਜਾ ਨੇਟ ਨੂੰ ਹੋ ਜਾ ਥੋੜਾ ਜਿਹਾ ਨੇੜੇ ਹੋ ਜਾ ਅਸਲੀ ਨਾਮ ਹੋ ਜਾਓ ਜਿਹੜੇ ਆਪ ਇੱਧਰ ਨੂੰ ਖੜਾ ਹਾਂਜੀ ਇਹਦੇ ਸਾਹਮਣੇ ਸਾਹਮਣੇ ਦੇਖੋ ਸਾਹਮਣੇ ਇਹਦੇ ਸਾਹਮਣੇ ਵੇਟ ਠੀਕ ਹੈ ਚਲੋ ਹੈਪੀ ਇੱਕ ਕੋਣਾ ਵੀ ਫੋਟੋ ਕਰ ਲੈ ਉਹ ਆਗੇ ਤੇਰੇ ਕਿਤੇ ਕੋਲ ਤੋਂ ਪਾਸੇ ਕਾ ਬਣੀ ਆ ਮੈਂ ਕੀ ਪੁੱਛਾਂ ਕੀ ਆਤਾ ਹੀ ਹੈ ਨਾ ਚਾਰ ਇੱਥੇ ਖੜੇ ਮੈਂ ਆਪੋ ਚਾਲੇ ਚੀਵਾਂ ਕਰ ਦੇਣਾ ਦੇਸੀ ਚੱਲ ਠੀਕ ਆ ਵੀ ਫੋਟੋ ਦੇ ਨਾ ਹੁਣ ਕੀ ਬਣਿਆ ਸਹੀ ਆਜੀ ਫੋਟੋ ਹਾਂਜੀ ਇਹਦੇ ਸਾਹਮਣੇ ਜੀ ਇਹਦੇ ਸਾਹਮਣੇ ਠੀਕ ਹੈ और मंडारा पर ला आई ले लो जे दिखा ठीक है चलो बनो तैयारी ਡੈਡੀ ਹੁਣ ਤੁਸੀਂ ਇਹ ਕਰੋ ਤੂੰ ਬੜੇ ਬੜੇ ਬਾਰੇ ਸਾਡਾ ਮੈਂ ਬੁਲਾ ਕੇ ਨਾ ਵਿਚਾਲੇ ਬੈਠ ਪਾ ਜੀ ਦਾ ਹਾਂ ਸਹੀ ਗੱਲ ਹੈ ਗਲਾਸ ਫੜ ਕੇ ਪਤਾ ਹੁੰਦਾ ਵੀ ਕਿੱਥੇ ਆ ਉਹ ਗਲਾਸ ਨਹੀਂ ਨਹੀਂ ਇੱਧਰ ਦਾ ਹਾਲੇ ਪੂਰੇ ਹਾਂ ਪੂਰੇ ਆ ਪਾਣੀ ਪਾ ਥੋੜਾ ਜਿਹਾ ਪਾਣੀ ਪਾ ਫੜਾਈ ਆ ਲੈ ਆਪਣਾ ਗਲਾਸ ਆ ਪਾਣੀ ਵਧਾਈਆਂ ਆਪਣੀ ਵਧਾਈਆਂ ਪੜਾ ਸਾਹਿਬ क्या कर दिया जी इसके चल रहा नहीं बहुत ही काम वीडियो पे छोड़ दी रेस्टोरेंट चल रही है मैडम भी बढ़िया सी कहानी अगर ना ना आवाज का पहुंचना में पार्क करा के हां जी पार्क दे करके बाहर लेने ने काम नहीं सर मेरा तो भाई अभी यार दोस्तों नाल ही बैठा हां जी लंबा हो गई सर के सामने ਬੰਦੇ ਖੋਦੇ ਨੇ ਮੈਂ ਕਹਿੰਦਾ ਹੀ ਗੱਡਾ ਨਹੀਂ ਛੱਡ ਗਿਆ ਗਰਸਾਇਬ ਨਹੀਂ ਤਾਂ ਗੱਡੀ ਕੋਲ ਦੇ ਦੇ ਕੇ ਉਹ ਮੈਨੂੰ ਪਤਾ ਹੋ ਗਏ ਸੀ ਇਹ ਮੈਂ ਸਾਹਿਬ ਇਹ ਸਭ ਮਾਰਾ ਜਾ ਪੁੱਛ ਲਿਓ ਮੈਂ ਉਹਦਾ ਪਤਾ ਉਹਨਾਂ ਨੇ ਨਾ ਨਹੀਂ ਉਹਨਾਂ ਲੁਧਿਆਣੇ ਚਲੇ ਗਏ ਆ ਜੀ ਸਾਹਿਬ ਨੇ ਉਹ ਲੁਧਿਆਣੇ ਚਲੇ ਗਏ ਉਹਨਾਂ ਨੂੰ ਕੰਮ ਸੀਗਾ ਯੂਨੀਵਰਸਿਟੀ ਜਨਰਲ ਦੀ ਯੂਨੀਵਰਸਿਟੀ ਹੈ ਕੋਈ ਡੀਸੀ ਸਾਹਿਬ ਨੇ ਭੇਜਿਆ ਇਹਦਾ ਹਰੇ ਸਾਹਿਬ ਵੀ ਹੋਰ ਕੋਈ ਠੀਕ ਹੈ ਆਪਣੇ ਇਧਰੋਂ ਆਪਣਾ ਹੀ ਲੈ ਇਹ ਪਲੇਟ ਬੜੇ ਕੋਈ ਨਹੀਂ ਭੇਜਿਆ ਕੋਈ ਤੁਸੀਂ ਲਓ ਮੇਰੇ ਨਾਲ ਲੈ ਕੇ ਆਇਆ ਜੀ ਡੀ ਸਾਹਿਬ ਨੇ ਆਉਣਾ ਹੈ ਜੇ ਡੀ ਸਾਹਿਬ ਨੇ ਇੱਧਰ ਆਉਣਾ ਤਾਂ ਫਿਰ ਤਾਂ ਆਪਾਂ ਤੋਂ ਨਹੀਂ ਆਇਆ ਸਹੀ ਆ ਰਹੇ ਨਹੀਂ ਆਇਆ ਕਰੇ ਆਉਣਾ ਕੋਈ ਕੰਮ ਨਹੀਂ ਨਵੀਂ ਹੁਣ ਤੋਂ ਦੇਖ ਕੇ ਸਾਡਾ ਉਹ ਕੋਈ ਨਾ ਆ ਵੇ ਧਿਆਨ ਕੀ ਹੈ ਟੈਨਸ਼ਨ ਨਾ ਲੈ ਨਹੀਂ ਉਹ ਲੈ ਰੇ ਭਾਈ ਨੇ ਸੋਸ ਨਾ ਗਰਮੀ ਸਾਡੀ ਨਾ ਕੁਆਲਿਟੀ ਲੱਗੀ ਹੈ ਕਿਤੇ ਮੈਂ ਮਾਰ ਕੇ ਚਲਾ ਹੀ ਬਾਤ ਵਾਜੇ ਡਾਂਜੀ ਲਵਾ ਕੇ ਹੈਲੋ ਪਾਣੀ ਪਾਣੀ ਦੋ ਲੈ ਮੈਂ
ਸੋਹਣਾ ਦਿੰਦਾ ਪੁੱਛਣਾ ਵਾਟਸਐਪ ਦਾ ਸ਼ਾਹ ਤੇ ਦੀ ਨਹੀਂ ਤੂੰ ਸ਼ਾਮ ਦੇ ਠੀਕ ਹੈ ਨਾਲੇ ਆਇਆ ਕਿ ਕਹਿੰਦਾ ਮੇਰਾ ਸਾਲਾ ਆਇਆ ਸਾਲਾ ਪੁੱਛਦਾ ਬਣੀਗਾ ਕੋਲ ਹੈਗਾ ਨਾ ਸੀਰੀ ਕੇ ਪਿੰਡ ਦਾ ਸੋਹਣਾ ਸੇਵਾ ਕਰਦਾ ਸਮਝਿਆ ਮੈਨੂੰ ਨਹੀਂ ਪੁੱਛਦਾਗਾ ਇਹਨੇ ਗੱਲ ਸੀਰੀਅਸ ਨਹੀਂ ਲੈ ਲਈ ਅੱਜ ਇਹ ਆ 2 ਵਾਰੀ ਹੋਣਾ ਚਾਹੀਦਾ ਬੰਦੇ ਦਾ ਪਹਿਲੀ ਵਾਰ ਤਾਂ ਪਤਾ ਨਹੀਂ ਲੱਗਦਾ ਇਹ ਹਿਸਾਬ ਨਾਲ ਪੱਖਿਆਂ ਦੇ ਜਿਵੇਂ ਜੱਟਾਂ ਨੇ ਝੰਡੇ ਡਾਂਗਾ ਪਾਈਆਂ ਜੱਟਾਂ ਨੇ ਝੰਡੇ ਡਾਂਗਾ ਪਾਈਆਂ ਤੇ ਪੱਖਿਆਂ ਦੇ ਡਾਂਗਾ ਹੀ ਹੋਣੀਆਂ ਸੀਰੇ ਆਪਣਾ ਗਲਾਸ ਬੜਾ ਭਰਿਆ ਹੋਇਆ ਸੀਰੇ ਨੇ ਪਾਣੀ ਇੰਨਾ ਪਾ ਲਿਆ ਡਾਕਟਰ ਯਾਰ ਸੱਚਾਈ ਜਗ੍ਹਾ ਨਹੀਂ ਬੋਲਦੇ ਕਿਉਂਕਿ ਨੂੰ ਆਤਾ ਜਾਣਾ ਪਰ ਪਿਆਰੀ ਨੀ ਨਾਲ ਸ਼ਰਤਾਂ ਦੇ ਨਿਭਦੀ ਨਾ ਯਾਰੀ ਹੋ ਜੇ ਤੂੰ ਵੀ ਮੈਨੂੰ ਜਾਣ ਤੂੰ ਪਿਆਰੀ ਨੀ ਨਾਲ ਸ਼ਰਤਾਂ ਦੇ ਨਿਭਦੀ ਨਾ ਯਾਰੀ ਉਹ ਗੱਲ ਆਪਣੀ ਮਨਾਉਣ ਨੂੰ ਤੂੰ ਫਿਰਦੀ ਗੱਲ ਆਪਣੀ ਮਨਾਉਣ ਨੂੰ ਤੂੰ ਫਿਰਦੀ ਨੀ ਨੈਣਾ ਵਿੱਚ ਹੰਝੂ ਭਰ ਕੇ ਹੋ ਯਾਰ ਜੁੰਡੀ ਰੇ ਹੋ ਯਾਰ ਜੁੰਡੀ ਰੇ ਯਾਰ ਜੁੰਡੀ ਰੇ ਯਾਰ ਜੁੰਡੀ ਦੇ ਛੱਡੇ ਨੀ ਓ ਜਾਣੀ ਨੀਕ ਤੇਰੀ ਜਿੱਦ ਕਰਕੇ ਹੋ ਯਾਰ ਜੁੰਡੀ ਦੇ ਛੱਡੇ ਨੀ ਓ ਜਾਣੀ ਨੀਕ ਤੇਰੀ ਜਿੱਦ ਕਰਕੇ ਉਹ ਲੱਗੀ ਤੇਰੇ ਨਾਲ ਦਿਨ ਹੋਏ ਢਾਈ ਸਾਂਝੇ ਇਹਨਾਂ ਨਾਲ ਸਾਲਾਂ ਤੋਂ ਪੁਰਾਣੀਆਂ ਨਿੱਕੇ ਹੁੰਦਿਆਂ ਤੋਂ ਇਕੱਠੇ ਰਹੇ ਖੇਡਦੇ ਉਹ ਮੇਰੇ ਬਚਪਨ ਵਾਲੇ ਸਾਰੇ ਹਾਣੀਆਂ ਉਹ ਨਿੱਕੇ ਹੁੰਦਿਆਂ ਤੋਂ ਮੱਲਾਂ ਅਸੀਂ ਮਾਰੀਆਂ ਉਹ ਰਾਲੇ ਇਕੱਠਿਆਂ ਨੇ ਮੱਲਾਂ ਕਈ ਮਾਰੀਆਂ ਨੇ ਇੱਕ ਦੂਜੇ ਨਾਲ ਖੜ ਕੇ ਹੋ ਯਾਰ ਜੁੰਡੀ ਦੇ ਯਾਰ ਜੁੰਡੀ ਦੇ ਯਾਰ ਜੁੰਡੀ ਦੇ ਹੋ ਯਾਰ ਜੁੰਡੀ ਦੇ ਛੱਡੇ ਨੀ ਓ ਜਾਣੇ ਨੀਕ ਤੇਰੀ ਜਿੱਦ ਕਰਕੇ ਹੋ ਯਾਰ ਜੁੰਡੀ ਦੇ ਛੱਡੇ ਨੀ ਓ ਜਾਣੇ ਨੀਕ ਤੇਰੀ ਜਿੱਦ ਕਰਕੇ ਉਹ ਗੱਲ ਦੁੱਧ ਵਾਂਗੂ ਸਾਫ਼ ਤੈਨੂੰ ਕਹਿ ਦਿਆਂ ਉਹ ਐਵੇਂ ਝੂਠ ਚਾਟ ਹੁੰਦਾ ਨਹੀਂ ਓ ਮਾਰ ਹੋਈ ਗੋ ਆਪਣੀ ਨੂੰ ਇੱਕ ਪਾਸੇ ਰੱਖ ਦੇ ਜੇ ਤੂੰ ਚਾਹੁੰਦੀ ਐ ਨਿਭਾਉਣਾ ਸੱਚਾ ਪਿਆਰ ਉਹ ਨਹੀਂ ਤਾਂ ਸੰਧੂ ਜਸਵਿੰਦਰ ਦੇ ਨਾਂ ਦੇ ਉਹ ਨਹੀਂ ਤਾਂ ਸੰਧੂ ਜਸਵਿੰਦਰ ਦੇ ਨਾਂ ਦੇ ਨੀ ਦਿਲ ਵਿੱਚੋਂ ਪਾੜ ਵਰ ਕੇ ਉਹ ਯਾਰ ਜੁੰਡੀ ਦੇ ਯਾਰ ਜੁੰਡੀ ਦੇ ਯਾਰ ਜੁੰਡੀ ਦੇ ਯਾਰ ਜੁੰਡੀ ਦੇ ਛੱਡੇ ਨੀ ਓ ਜਾਣੇ ਨੀਕ ਤੇਰੀ ਜਿੱਦ ਕਰਕੇ ਯਾਰ ਜੁੰਡੀ ਦੇ ਛੱਡੇ ਨੀ ਓ ਜਾਣੀ ਨੀਕ ਤੇਰੀ ਜਿੱਦ ਕਰਕੇ ਕਿਸਾਨ ਮੋਰਚਾ ਜਿੰਦਾਬਾਦ ਗਾਣਾ ਹੋ ਲਗਾਣਾ ਉਹ ਚੱਲ ਲਗਾਣਾ ਸੁਣਿਆ ਤੂੰ ਨਾਲ ਹੀ ਗਿਆ ਬਾਹਰ ਚੜ ਜਣੀ ਮਾਰ ਕੋਈ ਬੰਦਾ ਤੇ ਇਹ ਡੈਫੀਨੇਟਲੀ ਆ ਹੈ ਜਿੰਨਾ ਦੇ ਅਸੀਂ ਅੰਮ੍ਰਿਤਸਰ ਹੋਏ ਕਿ ਨਾ ਨਹੀਂ ਨਹੀਂ ਬਾਹਰ ਲੈ ਸੀ ਯਾਰ ਦਾਰੂ ਪੀਂਦੇ ਪੀ ਕੇ ਤਾਂ ਬੰਦੇ ਦੇਖਿਆ ਹਨਾ ਡੋਡੇ ਖਾ ਕੇ ਪੈਂਦੇ ਕੋਮਾ ਜਿਹਾ ਦੇ ਦੇਖਿਆ ਬੰਦੇ ਨਿਰਨੇ ਕਾਲ ਜੀ ਹੋ ਗਿਆ ਨਿਰਨੇ ਕਾਲ ਜੀ ਡੋਡੇ ਖਾ ਕੇ ਉੜ ਗਿਆ ਅੰਦਰ ਯਾਰ ਕਿੱਥੇ ਆ ਕਰਾਂ ਢਾਉਣਾ ਕਿੱਥੇ ਏਡਾ ਰਾਮ ਦੇ ਗਏ ਉੱਥੇ ਮਸ਼ੀਨ ਲੈਣਾ ਨਾ ਤੇਰਾ ਹੁਣ ਵਾਲੀ ਸੁਣਾਉਣੇ ਅਸੀਂ ਗਏ ਮੱਥਾ ਟੇਕਣ ਇਹ ਡੋਡੇ 2 ਵਜੇ ਲੱਗ ਗਿਆ ਖਾਣ ਕਹਿੰਦਾ ਕਿੰਨੀ ਘੜੀ ਖਾ ਗਿਆ ਚਾਹ ਚੂਹ ਪੀ ਗਿਆ ਉੱਥੇ ਜਾ ਕੇ ਵੇ ਉਤਰਿਆ ਨਾ ਗੱਡੀ ਗਈ ਤਾਂ ਰਾਹ 'ਚ ਪਾਣੀ ਪੂਣੀ ਪੀ ਲਿਆ ਚਾਹ ਚੂਹ ਕਰ ਲਿਆ ਤੇ ਇਹਨੂੰ ਕਦੇ ਅੰਦਰ ਇਹਦਾ ਗੁੰਮ ਜਿਹਾ ਹੋ ਗਿਆ ਤਾਂ ਇਹ ਵੀ ਬੈਠਾ ਅਸਲ ਮੇਰਾ ਤਲਵੰਡੀ ਨਾ ਕੇ ਲੱਗ ਗਿਆ ਸੀ ਜਦੋਂ ਇਹਨੂੰ ਉੱਥੇ ਜਾ ਕੇ ਤਾਰਿਆ ਤੇ ਅਸੀਂ ਜੁੱਤੀਆਂ ਲਾ ਉਹਨੂੰ ਖੜੇ ਇਹ ਆਏ ਲੱਗ ਰਿਹਾ ਤਾਂ ਰੱਖ ਕੇ ਖੜ ਗਿਆ ਅਸੀਂ ਸਾਰੇ ਲਾ ਕੇ ਖੜੇ ਮੈਂ ਸਿਰੇ ਲਾ ਦੇ ਕਹਿੰਦਾ ਕੀ ਬਹੁਤ ਮੈਂ ਜੁੱਤੀ ਵੇ ਲਾਉਣੀ ਇਹ ਫੇਰ ਕੰਮ ਕੀਤਾ ਖੜਾ ਬਹੁਤ ਹੀ ਹੋ ਜਾਊਗਾ ਤੇ ਦੁਕਾਨ ਨੂੰ ਲੱਗਾ ਵੀ ਦੇਖੋ ਟੋਡੇ ਦਾ ਹੁਣ ਅਮਰਜੀਤ ਬੜਾ ਅੰਦਰ ਲੈ ਕੇ ਕਰਦਾ ਕਹਿੰਦਾ ਐ ਕਰ ਸਿਰੇ ਪੂਰੀ ਐ ਚ ਪਾ ਦੇ ਜੁੱਤੀ ਚ ਤੇ ਇਹ ਫੇਰ ਆ ਜੱਪੀ ਤਕੜਾ ਮੇਰੇ ਤੋਂ ਲਾ ਰੇਟ ਦੇ ਹਣਾ 10 ਮਿੰਟ ਖੜੇ ਜੁੱਤੀ ਲਾਈ ਪਹਿਲਾਂ ਤਾਂ ਤੇ ਜੁੱਤੀ ਦਾ ਦੀ
ਸਾਡੇ ਸਾਲ ਅੰਦਰ ਚਲਾ ਗਿਆ ਜੁੱਤੀ ਨੂੰ ਐਸੀ ਢੋਲ ਲਾ ਕੇ ਮੈਂ ਪਹਿਲਾਂ ਕਹਿੰਦਾ ਮੈਂ 5 ਇਸ਼ਨਾਨ ਤੇ ਹੀ ਕਰਨਾ ਹੈ ਕਹਿੰਦਾ ਜਦੋਂ ਮੈਂ ਆਦਾ ਕੋਟ ਲਾ ਲਿਆ ਮੈਂ ਕਿਹਾ ਮੈਂ ਤਾਂ ਇਸ਼ਨਾਨ ਕਰਨਾ ਹੀ ਤੇ ਇਹ ਮੈਨੂੰ ਵੇਖ ਕੇ ਨਹੀਂ ਆਦਾ ਕੋਟ ਲਾ ਲਿਆ ਜਿਸ ਮੈਂ ਕੋਟ ਲਾ ਲਿਆ ਇਹਨੇ ਵੀ ਲਾ ਲਿਆ ਮੈਂ ਪੂਰਾ 5 ਇਸ਼ਨਾਨ ਦਾ ਕਰਦਾ ਤੇ ਬਾਅਦ ਖੜਾ ਆਪਣੇ ਪਾਣੀ ਦੇ ਨਾਲ ਲਈ ਆਉਣਾ ਸੀ ਉਹਦਾ ਲਾ ਲੈਂਦਾ ਨਾ ਆਪਣਾ ਹਾਂਜੀ ਸਬਜ਼ੀ ਵਾਲਾ ਮੁੰਡਾ ਨਹੀਂ ਉਹ ਨਹੀਂ ਲਾਉਂਦਾ ਉਹ ਲੁਧਿਆਣੇ ਰਹਿਣ ਲੱਗ ਗਿਆ ਅੱਛਾ ਲੈਂਡ ਦਾ ਕਰਾ ਲਛਾ ਕਰਾ ਭਾਈ ਕਰਾ ਢੋਲਾ ਕੀ ਕਹਾਂ ਪੈਸੇ ਧੋਣੇ ਕਹਿੰਦਾ ਕਿੱਥੇ ਕਿਹੜਾ ਏਡਾ ਵੱਡਾ ਸਰੋਵਰ ਆ ਹੋਰ ਕਿੱਧਰ ਸਰੋਵਰ ਨਾਲ ਦੇਣ ਨੂੰ ਏਡਾ ਵੱਡਾ ਦੇਣ ਨੂੰ ਤਾਂ ਕਹਿੰਦਾ ਕਿੱਥੇ ਧੋਣੇ ਕਹਿੰਦਾ ਨਹੀਂ ਨੇ ਬਾਹਰ ਆਉਂਦਾ ਆ ਕਹਿੰਦੇ ਉਹ ਦਿਮਾਗ ਨੂੰ ਚੜ ਗਈ 10 ਮਿੰਟ ਗੱਲ ਕਿਉਂ ਸੁਣਾ ਦੇ ਡਾਕਟਰ ਆ ਨਹੀਂ ਸੀ ਗੱਲ ਮੈਂ ਤੁਹਾਨੂੰ ਦੱਸਦਾ ਇਹਨੂੰ ਪੁੱਛ ਇਹ ਕਹਿੰਦਾ ਆਪਾਂ ਦੇਖ ਦੋਨੇ ਉੱਠ ਕੇ ਦਾ ਜਮ ਲੱਗਿਆ ਸਰੀਰ ਕਹਿੰਦਾ ਮੈਂ ਦੂਰ ਦੇ ਮੇਰਾ ਬਾਤ ਵਾਲੀ ਇਹਨੇ ਕੰਦਰ ਦੇ ਇਹ ਬਾਗੇ ਪੁਰਾਣੇ ਦਾ ਘੰਟੇ ਬਾਅਦ ਮੈਂ ਤਾਂ ਪਹਿਲਾਂ ਹੀ ਆ ਗਿਆ ਕਹਿੰਦਾ ਦੋ ਇਹਦਾ ਸਰੀਰ ਬੰਨਣ ਲੱਗ ਗਿਆ ਪਹਿਲਾਂ ਤਾਂ ਘਰੇ ਸਰੀਰ ਬੰਨੀ ਨਹੀਂ ਉਸ ਤੋਂ ਬਾਅਦ ਜਾ ਕੇ ਇਹਨੇ ਚਾਹ ਚ ਬਾਲ ਲਈ ਪੁੱਛ ਲੈ ਦਫ਼ਤਰ ਆ ਕੇ ਮੇਰੇ ਨੂੰ ਪਤਾ ਨਹੀਂ ਇਹਨੇ ਚਾਹ ਚ ਬਾਲ ਲਈ ਤਾਂ ਨਹੀਂ ਸੀ ਇਹਨੂੰ ਪੁੱਛ ਲੈ ਤਾਂ ਘੱਲੀ ਹੋਣੀ ਡਾਕਟਰ ਉੱਤਰ ਆ ਤੇ ਇਹ ਕਹਿੰਦਾ ਮੈਂ ਕਿਹਾ ਦੂਰ ਬਹੁਤ ਜਾਣਾ ਇੱਕ ਅੱਧਾ ਘੰਟਾ ਮੈਂ ਮਾਰਿਆ ਉੱਤੇ ਦੇਖ ਇਹਨੇ ਮੈਂ 3 ਫੇਰ ਮਾਰੇ ਚਾਹ ਗੱਡੀ ਨਹੀਂ ਚਲਾਉਣ ਲਾਦਾ ਜੇ ਫੇਰ ਕਿੱਥੇ ਜਾਣਾ ਚੰਨਾ ਮੇਰਾ ਲੈਣ ਆਇਆ ਮੇਰੀ ਤਾਈ ਨੂੰ ਕਹਿੰਦਾ ਵੇ ਮੈਂ ਤਾਂ ਸੁਣਿਆ ਸੀ ਤਾਇਆ ਮੇਰੀ ਤਾਈ ਨੂੰ ਕਹਿੰਦਾ ਵੇ ਮੈਂ ਤਾਂ ਸੁਣਿਆ ਸੀ ਤਾਇਆ ਇਹਨੂੰ ਪੜੂਏ ਨੂੰ ਕੌਣ ਸਮਝਾਵੇ ਕਿਸੇ ਦੇ ਨਾਲ ਨਹੀਂ ਤੋਰਨੀ ਮੁੰਡਾ ਆਵੇ ਤਾਂ ਨੇ ਸੰਗ ਲੈ ਜਾਵੇ ਕਿਸੇ ਦੇ ਨਾਲ ਨਹੀਂ ਉਹ ਤੋਰਨੀ ਉੱਤੋਂ ਬਾਡੀਆਂ ਦਾ ਜੋਰ ਬੇਬੇ ਬੜੀ ਸੀ ਬਿਮਾਰ ਤਾਈਓ ਕੱਲਿਆ ਸੀ ਜੇ ਤੇਰਾ ਕਰਕੇ ਤਿਆਰ ਉੱਤੋਂ ਬਾਡੀਆਂ ਦਾ ਜੋਰ ਬੇਬੇ ਬੜੀ ਸੀ ਬਿਮਾਰ ਤਾਈਓ ਕੱਲਿਆ ਸੀ ਜੇ ਤੇਰਾ ਕਰਕੇ ਤਿਆਰ ਫਿਰੇ ਬੌਂਦੜੀ ਕੱਲੀ ਪਰ ਜਾਈ ਨੀ ਕਰੇ ਚੱਲ ਕੱਢੂ ਰੜਕਾਂ ਵੱਡੇ ਬਾਈ ਨਾ ਕਿਉਂ ਨਾ ਦੱਸ ਆਈ ਨੀ ਕਰੇ ਚੱਲ ਕੱਢੂ ਰੜਕਾਂ ਵੱਡੇ ਬਾਈ ਨਾ ਕਿਉਂ ਨਾ ਦੱਸ ਆਈ ਨੀ ਕਰੇ ਚੱਲ ਕੱਢੂ ਰੜਕਾਂ ਦਾਰੂ ਪੀ ਠੇਕਿਆਂ ਤੇ ਬਹਿਣਾ ਜੱਟੀਏ ਕੰਮ ਜੱਟਾਂ ਦੇ ਪੁੱਤਾਂ ਦਾ ਗਾਲੇ ਪੈਣਾ ਜੱਟੀਏ ਦਾਰੂ ਪੀਣੀ ਠੇਕਿਆਂ ਤੇ ਬਹਿਣਾ ਜੱਟੀਏ ਕੰਮ ਜੱਟਾਂ ਦੇ ਪੁੱਤਾਂ ਦਾ ਗਾਲੇ ਪੈਣਾ ਜੱਟੀਏ ਪੰਡਤਾਂ ਦੇ ਮੁੰਡੇ ਨਾ ਬਣਾਉਣ ਕਦੇ ਬੱਕਰੇ ਪੰਡਤਾਂ ਦੇ ਮੁੰਡੇ ਨਾ ਬਣਾਉਣ ਸ਼ਰਮੇ ਕੇ ਮੁੰਡੇ ਇਹ ਬਾਣੀਏ ਕਰਨ ਨਾ ਲੜਾਈ ਨੀ ਕਰੇ ਚੱਲ ਕੱਢੂ ਰਾਇਕਾਂ ਵੱਡੇ ਬਾਈ ਨਾ ਕਿਉਂ ਨਾ ਦੱਸ ਆਈ ਨੀ ਕਰੇ ਚੱਲ ਕੱਢੂ ਰਾਇਕਾਂ ਲੈ ਕੇ ਆਪਾਂ ਆਪ ਹੀ ਹੋਣੀ ਬਾਈ ਉਸਤਾਦ ਜੀ ਦਾ ਸੌਂਗ ਹੈ ਉਸਤਾਦ ਜੀ ਦੀ ਵੀਰ ਤਾੜੀ ਤਾਂ ਮਾਰੀ ਜੀ ਤਾੜੀ ਦਾ ਬੋਲਾ ਤਾੜੀ ਦਾ ਨਹੀਂ ਤਾੜੀ ਉਸਤਾਦ ਦਾ ਕੰਮ ਸੋਚ ਚੈੱਕ ਕਰਨੇ ਉਹ ਸਰੀਲਾ ਗਾ ਰਹੇ ਮੇਰੇ ਸੁਣ ਦਾ ਤਾਂ ਨਹੀਂ ਜਾ ਰਿਹਾ ਉਹਨੇ ਗਲਤੀ ਵੀ ਨੋਟ ਕਰ ਲਿਆ ਸਹੀ ਨਹੀਂ ਨੋਟ ਕਰਨਾ ਸੈੱਟ ਸੀ ਕਿ ਨਹੀਂ ਨਹੀਂ ਸੈੱਟ ਨਹੀਂ ਨਹੀਂ ਸੈੱਟ ਤਾਂ ਕਰ ਲਾ ਥੋੜਾ ਇੱਧਰ ਨਹੀਂ ਕਰ ਲੈ ਮੈਨੂੰ ਰਿਕਾਰਡਿੰਗ ਕਰ ਲੈ ਮੈਂ 5 ਮਿੰਟ ਦੇ ਵੀਰੇ ਆਈ ਸ਼ਟਰ ਦੇ ਨਾਲ 5-7 ਖੜਦੇ ਤੇ ਅੱਗੇ ਲੱਗ ਗਏ
ਚੱਲ ਪਾ ਦੇ ਬੋਲੀ ਪਾ ਦੇ ਬੋਲੀ ਵੀ ਪਾ ਦੇ ਗੱਡੀ ਤੇ ਜਾਣਾ ਤੂੰ ਆਜਾ ਪਿਓ ਦੀ ਰੱਤੀ ਕੇ ਆਪਾਂ ਫੜ ਜਾ ਰੈਸਟੋਰੈਂਟ ਦਾ ਬੁਲਾਇਆ